ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌੜੀ ਰਾਗ ਦੇ ਵਿੱਚ ਤੀਸਰੀ ਪਾਤਸ਼ਾਹੀ ਦੀ ਵਾਰ ਲੈ ਰਹੇ ਹਾਂ ਆਪਾਂ। ਉਹ ਵਾਰ ਦੀ ਦੂਸਰੀ ਪੌੜੀ ਲੈਣੀ ਆਪਾਂ ਨੇ। ਪਹਿਲੀ ਪੌੜੀ ਲਈ ਸੀ। ਪਹਿਲੀ ਪੌੜੀ ਦੇ ਵਿੱਚ ਮਹਾਰਾਜ ਨੇ ਦੱਸਿਆ ਸੀਗਾ ਬਈ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨੇ ਜਦ ਕੁਛ ਵੀ ਨਹੀਂ ਸੀਗਾ ਦੁਨੀਆ ਦੇ ਵਿੱਚ, ਉਹ ਮਾਲਕ ਪਰਮਾਤਮਾ ਨੇ ਉਦੋਂ ਮਾਲਕ ਪਰਮਾਤਮਾ ਨੇ ਆਪਣਾ ਆਪ ਉਪਾਇਆ। ਉਹ ਜੋਤ ਮਾਲਕ ਪਰਮਾਤਮਾ ਦੀ ਸੀਗੀ ਔਰ ਮਾਲਕ ਪਰਮਾਤਮਾ ਜਿਹੜਾ ਹੈਗਾ ਕਿਸੇ ਨਾਲ ਮਸ਼ਾ ਉਹਦਾ ਕੋਈ ਜਿਹੜਾ ਹੈਗਾ ਉਹਨੂੰ ਸਲਾਹਕਾਰ ਨਹੀਂ ਮਾਲਕ ਪਰਮਾਤਮਾ ਦਾ। ਜੋ ਕੁਛ ਵੀ ਉਹਨੇ ਕਰਨਾ ਹੈ ਆਪ ਹੀ ਕਰਨਾ ਹੈ। ਉਦੋਂ ਨਾ ਪਤਾਲ ਸੀ, ਨਾ ਆਕਾਸ਼ ਸੀਗਾ, ਨਾ ਧਰਤੀ ਸੀਗੀ, ਕੁਛ ਵੀ ਨਹੀਂ ਸੀਗੀ। ਔਰ ਜੋ ਕਰਦਾ ਹੈ ਉਹ ਹੁੰਦਾ ਹੈ। ਉਸ ਤੋਂ ਅਗਲੀ ਪੌੜੀ ਹੁਣ ਆਪਾਂ ਲੈ ਰਹੇ ਹਾਂ। ਸ਼ਲੋਕ ਮਹਲਾ ਤੀਜਾ। ਸਾਹਿਬ ਮੇਰਾ ਸਦਾ ਹੈ, ਦਿਸੈ ਸ਼ਬਦ ਕਮਾਏ। ਤੀਸਰੀ ਪਾਤਸ਼ਾਹੀ ਕਹਿ ਰਹੀ ਹੈ ਕਿ ਮੇਰਾ ਮਾਲਕ ਪਰਮਾਤਮਾ ਜਿਹੜਾ ਹੈਗਾ ਹਮੇਸ਼ਾ ਹੀ ਹੈਗਾ। ਉਹ ਪਹਿਲਾਂ ਵੀ ਸੀਗਾ, ਹੁਣ ਵੀ ਹੈਗਾ, ਗਾਹਾਂ ਵੀ ਰਹੇਗਾ। ਉਹ ਅਬਨਾਸੀ ਹੈਗਾ। ਉਹ ਜਨਮ ਮਰਨ ਦੇ ਗੇੜ 'ਚ ਨਹੀਂ ਆਉਂਦਾ। ਉਹਦੇ ਉੱਤੇ ਕਾਲ ਦਾ ਕੋਈ ਪ੍ਰਭਾਵ ਨਹੀਂ ਹੈਗਾ। ਸਾਹਿਬ ਮੇਰਾ ਸਦਾ ਹੈ, ਦਿਸੈ ਸ਼ਬਦ ਕਮਾਏ। ਹਾਂ, ਉਹ ਜਿਹੜਾ ਹੈਗਾ ਗੁਪਤ ਹੈਗਾ, ਦਿਸਦਾ ਹੈ ਤੇ ਦਿਸਦਾ ਹੈ ਜਿਹੜਾ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਹੈ। ਜਿਹੜਾ ਬ੍ਰਹਮ ਗਿਆਨੀ ਨੇ ਜਿਨ੍ਹਾਂ ਨੇ ਉਹ ਮਾਲਕ ਪਰਮਾਤਮਾ ਨੂੰ ਦੇਖਿਆ ਆ, ਉਹਨਾਂ ਨੇ ਜਿਹੜਾ ਹੈਗਾ ਉਹਦੇ ਵਾਸਤੇ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਕਿਵੇਂ ਪ੍ਰਗਟ ਹੁੰਦਾ ਹੈ। ਕਹਿੰਦੇ ਉਹ ਆਪਣੇ ਜਿਹੜੇ ਹੈਗੇ ਆਪਣਾ ਅੰਦਰ ਖਾਲੀ ਕਰ ਔਰ ਇਹ ਮਾਇਆ, ਇਹ ਵਿਚਾਰ, ਇਹ ਲਹਿਰਾਂ ਜਿਹੜਾ ਹੈਗੀਆਂ ਇਹਨਾਂ ਨੂੰ ਬੰਦ ਕਰ। ਜਿਚਰੇ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਅਹੰਕਾਰ। ਸ਼ਬਦੇ ਸਾਧ ਨਾ ਆਵੇ, ਨਾਮ ਨਾ ਲਗੇ ਪਿਆਰ। ਸੇਵਾ ਥਾਏ ਨਾ ਪਵੇ, ਤਿਸਕੀ ਖਪ ਖਪ ਹੋਏ ਖੁਆਰ। ਕਹਿੰਦੇ ਲਹਿਰਾਂ ਬੰਦ ਕਰ, ਤਦ ਤੱਕ ਤੇਰੀ ਸੇਵਾ ਥਾਏ ਤੇ ਨਹੀਂ ਪੈਣੀ ਪਾਈ। ਖਪ ਖਪ ਕੇ ਖੁਆਰ ਹੋਏਗਾ ਜਦ ਤੱਕ ਇਹ ਲਹਿਰਾਂ ਚੱਲਦੀਆਂ ਤੇਰੇ ਅੰਦਰ। ਸ਼ਬਦ ਦੀ ਕਮਾਈ ਆਹੀ ਆ, ਇਹ ਲਹਿਰਾਂ ਨੂੰ ਬੰਦ ਕਰਨਾ ਹੈ। ਸਾਹਿਬ ਮੇਰਾ ਸਦਾ ਹੈ, ਦਿਸੈ ਸ਼ਬਦ ਕਮਾਏ। ਉਹ ਔਹਾਣੀ ਕਦੇ ਨਾ ਹੈ, ਨਾ ਆਵੇ ਨਾ ਜਾਏ। ਕਹਿੰਦੇ ਉਹ ਤਾਂ ਅਬਨਾਸੀ ਆ ਭਾਈ, ਉਹ ਜਨਮ ਮਰਨ ਦੇ ਗੇੜ 'ਚ ਹੈ ਨਹੀਂਗਾ, ਨਾ ਕਦੀ ਆਉਂਦਾ ਹੈ, ਨਾ ਆਉਂਦਾ ਜਾਂਦਾ ਨਹੀਂ ਹੈ। ਬਾਕੀ ਸਾਰੀ ਦੁਨੀਆ ਜਿਹੜੀ ਹੈਗੀ ਆ ਕਾਲ ਦੇ ਦਾਇਰੇ ਦੇ ਵਿੱਚ ਹੈ। ਸਦਾ ਸਦਾ ਸੋ ਸੇਵੀ ਹੈ, ਜੋ ਸਭ ਮੇ ਰਹਿ ਸਮਾਏ। ਔਰ ਉਹ ਮਾਲਕ ਪਰਮਾਤਮਾ, ਇਹ ਮਾਇਆ ਪ੍ਰਕਿਰਤੀ ਪੰਜਾਂ ਤੱਤਾਂ ਦੀ ਰਚਨਾ ਹੈ ਸਾਰਿਆਂ ਦੇ ਵਿੱਚ ਜਿੰਨੇ ਵੀ ਜੀਵ ਹੈਗੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੀ ਜੋਤ ਹੈ। ਸਾਰਿਆਂ ਦੇ ਵਿੱਚ ਸਮਾਇਆ ਹੋਇਆ ਉਹ ਮਾਲਕ ਪਰਮਾਤਮਾ। ਉਸ ਤੋਂ ਇਲਾਵਾ ਜਿਹੜਾ ਹੈਗਾ ਜੋ ਕੁਛ ਵੀ ਹੈਗਾ ਉਹ ਦੂਜਾ ਹੈਗਾ, ਡੁਐਲਿਟੀ ਹੈਗੀ। ਇੱਕ ਮਾਲਕ ਪਰਮਾਤਮਾ ਹੈਗਾ, ਬਾਕੀ ਪੰਜਾਂ ਤੱਤਾਂ ਦੀ ਜਿਹੜੀ ਹੈਗੀ ਆਪਾਂ ਨੂੰ ਧੋਖਾ ਦੇਣ ਵਾਸਤੇ ਰਚਨਾ ਹੈ। ਉਹਦੇ ਪਿੱਛੇ ਵੀ ਉਹੀ ਮਾਲਕ ਪਰਮਾਤਮਾ ਹੈਗਾ। ਅਵਰ ਦੂਜਾ ਕਿਉਂ ਸੇਵੀ ਹੈ, ਜੰਮੇ ਤੇ ਮਰ ਜਾਏ। ਕਹਿੰਦੇ ਬਾਕੀ ਦੂਸਰਾ ਕਾਹਦੇ ਵਾਸਤੇ ਸੇਵੀ ਹੈ ਭਾਈ। ਜਿਹੜਾ ਵੀ ਦੂਸਰਾ ਦਿਸ ਰਿਹਾ ਆ, ਭਾਵੇਂ ਜੋ ਮਰਜ਼ੀ ਹੋਏ, ਉਹਨੇ ਜੰਮਿਆ ਆ ਤੇ ਉਹਨੇ ਮਰਨਾ ਹੈਗਾ। ਬਾਕੀ ਸਾਰਾ ਕਾਲ ਦੇ ਚਪੇਟ ਦੇ ਵਿੱਚ ਹੈਗਾ। ਨਿਹਫਲ ਤਿਨਕਾ ਜੀਵਿਆ, ਜੇ ਖਸਮ ਨਾ ਜਾਣੇ ਆਪਣਾ, ਅਵਰੀ ਕੋ ਚਿਤਲਾਏ। ਕਹਿੰਦੇ ਉਹਨਾਂ ਦਾ ਵਿਅਰਥ ਹੈ ਜਿੰਦਾ, ਉਹਨਾਂ ਦੀ ਮਨੁੱਖੀ ਜੂਨ ਜਿਹੜੀ ਦੁਨੀਆ 'ਚ ਆਉਣਾ ਵਿਅਰਥ ਹੈਗਾ। ਜਿਹੜੇ ਆਪਣੇ ਖਸਮ ਨੂੰ, ਆਪਣੇ ਪਤੀ ਨੂੰ, ਆਪਣੇ ਮਾਲਕ ਨੂੰ ਨਹੀਂ ਬੁੱਝਦੇ ਔਰ ਜਿਹੜਾ ਮਾਲਕ ਨੇ ਗੇਮ ਪਾਈ ਹੈ, ਜਿਹੜਾ ਪਰ ਇਸਤਰੀ ਜਿਹੜੀ ਹੈਗੀ, ਪਰ ਪੁਰਸ਼ ਜਿਹੜੀ ਹੈਗੀ, ਜਿਹੜੀ ਮਾਇਆ ਜਿਹੜੀ ਹੈਗੀ ਆ, ਜਿਹੜਾ ਦੂਜਾ ਹੈਗਾ, ਜਿਹੜੀ ਉਹਨੇ ਮਾਲਕ ਪਰਮਾਤਮਾ ਨੇ ਛਲ, ਧੋਖਾ, ਟਰੈਪ ਜਿਹੜੀ ਤਿਆਰ ਕੀਤੀ ਹੈ ਭਾਈ, ਉਹਨੂੰ ਚਿੱਤ ਲਾਉਂਦੇ ਆ। ਕਹਿੰਦੇ ਉਹਨਾਂ ਦਾ ਜੀਵਣਾ, ਉਹਨਾਂ ਦਾ ਜਨਮ,
ਉਹਨਾਂ ਦਾ ਦੁਨੀਆ ਦੇ ਵਿੱਚ ਆਉਣਾ ਕਹਿੰਦੇ ਨਿਫਲ ਹੈਗਾ। ਜਿਹੜੇ ਆਪਣੇ ਖਸਮ ਨੂੰ ਨਹੀਂ ਬੁੱਝਦੇ, ਨਹੀਂ ਜਾਣਦੇ। ਨਿਫਲ ਤਿਨਕਾ ਜੀਵਿਆ ਜੇ ਖਸਮ ਨਾ ਜਾਣੇ ਆਪਣਾ, ਅਵਰੀ ਕੋ ਚਿਤਲਾਏ। ਬਸ ਇਹ ਮਾਇਆ ਐਸੀ ਹੈ, ਇਹਨੇ ਇੰਨੀ ਜ਼ਬਰਦਸਤ ਇਹਦੀ ਖਿੱਚ ਹੈਗੀ, ਇਹਨੇ ਖਸਮ ਨੂੰ ਬੁੱਝਣ ਨਹੀਂ ਦੇਣਾ। ਔਰ ਜਦ ਤੱਕ ਆਪਾਂ ਖਸਮ ਨਹੀਂ ਬੁੱਝਦੇ ਤਦ ਤੱਕ ਆਪਾਂ ਜਿਹੜੇ ਹੈਗੇ ਇਹ ਸੰਸਾਰ ਤੋਂ, ਪ੍ਰਕਿਰਤੀ ਦੀ ਕੈਦ ਚੋਂ ਆਜ਼ਾਦ ਨਹੀਂ ਹੋ ਸਕਦੇ। ਨਾਨਕ ਏਵ ਨਾ ਜਾਪਈ ਕਰਤਾ ਕੀਤੀ ਦੇ ਸਜਾਏ। ਔਰ ਉਸ ਮਾਲਕ ਪਰਮਾਤਮਾ ਦੀ ਜਿਹੜੀ ਆ ਖੇਡ ਚੱਲ ਰਹੀ ਹੈ ਪਾਏ, ਇਹ ਨਹੀਂ ਪਤਾ ਲੱਗਦਾ ਪਾਏ ਬਈ ਕਿੰਨੀਆਂ ਕੁ ਜੂਨਾਂ ਹੈਗੀਆਂ, 84 ਲੱਖ ਜੂਨਾਂ ਹੈਗੀਆਂ ਪਾਏ। ਔਰ ਕਿੰਨੀ ਕੁ ਸਜ਼ਾ ਦਿੰਦਾ ਹੈ ਉਹ ਮਾਲਕ ਪਰਮਾਤਮਾ, ਨਹੀਂ ਪਤਾ ਲੱਗਦਾ ਪਾਏ ਉਹਦੇ ਕਾਨੂੰਨ ਦਾ। ਹਾਂਜੀ ਗੋਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਮੇਰੀ ਆਵਾਜ਼ ਆ ਰਹੀ ਗੋਰਕੀ ਸਾਹਿਬ? ਇਹਦੇ ਵਿੱਚ ਡਿਸਟੈਂਸ ਆ ਰਹੀ ਫਿਲਹਾਲ ਨਹੀਂ ਆ ਰਹੀ ਡਿਸਟਰਬੈਂਸ, ਕਿਉਂਕਿ 60 ਸਰੀਰ ਨੇ। ਅੱਛਾ ਜੀ, ਚਲੋ ਕੋਈ ਗੱਲ ਨਹੀਂ, ਜਦ ਆਓਗੇ ਦੱਸ ਦਿਓ। ਕੋਈ ਨਹੀਂ, ਫਿਰ ਮੈਂ ਮਿਊਟ ਕਰਾ ਦਾਂ। ਹਾਂਜੀ ਹਾਂਜੀ। ਦੇਖੋ ਸਾਧ ਸੰਗਤ ਜੀ, ਕੱਲ ਆਪਾਂ ਵਿਚਾਰ ਕੀਤੀ ਉਹ ਕਹਿੰਦੇ ਨੇ ਕਿ ਧਰਤੀ, ਪਤਾਲ ਤੇ ਆਕਾਸ਼ ਦੇ ਵਿੱਚ ਉਹ ਆਪ ਹੀ ਹੈ, ਔਰ ਆਪਣੇ ਆਪ ਹੀ ਉਹ ਉਤਪਤੀ ਕਰ ਰਿਹਾ ਹੈ। ਪਰਮਾਤਮਾ ਤੋਂ ਇਲਾਵਾ ਹੋਰ ਕੁਝ ਨਹੀਂ। ਸਰਬ ਵਿਆਪਕ ਇੱਕੋ ਹੀ ਹੈ। ਆਤਮਾ ਤੋਂ ਭਾਵ ਇੱਕ ਤੱਤ, ਨਾ ਵੱਧ ਨਾ ਘੱਟ। ਕੱਲ ਮੇਰੇ ਇੱਕ ਮਾਮਾ ਜੀ ਦੇ ਲੜਕਾ ਦੇ ਨਾਲ ਮੇਰੀ ਵਿਚਾਰ ਚੱਲੀ ਕਿ ਉਹ ਕਹਿਣ ਲੱਗੇ ਕਿ ਧਾਰਮਿਕ ਸਥਾਨਾਂ ਤੇ ਕੀ ਆਤਮਾ ਜਾਂ ਪਰਮਾਤਮਾ ਦੀ ਹੋਂਦ ਜ਼ਿਆਦਾ ਹੈ? ਮੈਂ ਨਹੀਂ, ਬਿਲਕੁਲ ਨਹੀਂ, ਕਿਉਂਕਿ ਪਰਮਾਤਮਾ ਹੀ ਹਰ ਥਾਂ ਤੇ ਹੈ। ਉਹ ਵੱਧ ਘੱਟ ਨਹੀਂ ਹੋ ਸਕਦਾ। ਜਿੱਥੇ ਵੀ ਤੁਸੀਂ ਬੈਠੇ ਜੋ, ਇਸੇ ਕਰਕੇ ਤੁਹਾਨੂੰ ਸਾਰੇ ਬ੍ਰਹਮ ਗਿਆਨੀਆਂ ਨੇ ਇਹੋ ਸਮਝਾਇਆ ਹੈ ਕਿ ਤੂੰ ਜਿੱਥੇ ਮਰਜ਼ੀ ਬੈਠਾ ਹੈ ਉੱਥੇ ਹੀ ਉਹ ਪਰਮਾਤਮਾ ਹੈ, ਸਰਬ ਵਿਆਪਕ ਸ਼ਕਤੀ ਹੈ। ਉਹ ਕੋਈ ਖਾਸ ਜਗ੍ਹਾ ਤੇ ਉੱਤੇ ਨਿਵਾਸ ਨਹੀਂ ਕਰਦੀ, ਨਾ ਉਹ ਕਿਸੇ ਖਾਸ ਮੰਡਲ ਤੇ ਰਹਿੰਦੀ ਹੈ, ਕਿਉਂਕਿ ਪਰਮਾਤਮਾ ਤੋਂ ਬਿਨਾਂ ਆਪਾਂ ਜਿੰਦਾ ਨਹੀਂ ਰਹਿ ਸਕਦੇ। ਉਹਦੇ ਅੰਦਰ ਹੀ ਆਪਾਂ, ਕੋਈ ਪਰਮਾਤਮਾ, ਕੋਈ ਬੰਦਾ, ਬੁੱਢੀ, ਕੋਈ ਦੇਵੀ ਦੇਵਤਾ, ਕੋਈ ਪੱਥਰ, ਕੋਈ ਪਾਣੀ, ਕੋਈ ਆਕਾਸ਼ ਨਹੀਂ ਹੈ। ਪਰਮਾਤਮਾ ਇੱਕ ਨਿਰਗੁਣ ਸ਼ਕਤੀ ਹੈ ਜੋ ਅਦ੍ਰਿਸ਼ ਹੈ, ਜਿਸ ਨੂੰ ਵੇਖਣ ਦੇ ਲਈ ਭਗਤੀ ਚਾਹੀਦੀ ਹੈ। ਫਰੀ ਚ ਨਹੀਂ ਦਿਖਦਾ, ਬਹੁਤ ਮਹਿੰਗਾ ਹੈ। ਉਸਨੇ ਕੰਡੀਸ਼ਨ ਰੱਖੀ ਹੋਈ ਹੈ, ਤੁਸੀਂ ਭਗਤੀ ਕਰੋ ਤੇ ਮੇਰੇ ਦਰਸ਼ਨ ਕਰੋ। ਉਹਦੀ ਮਰਜ਼ੀ ਹੈ, ਉਹਦੀ ਹੀ ਪ੍ਰਕਿਰਤੀ ਹੈ। ਜਿੱਦਾਂ ਦੇ ਕਾਨੂੰਨ ਉਹਨੇ ਬਣਾਏ ਨੇ। ਜੇਕਰ ਕੋਈ ਉਹ ਜਿੱਦਾਂ ਦਾ ਉਹਨਾਂ ਨੇ ਕ੍ਰਾਈਟੇਰੀਆ ਦਿੱਤਾ ਹੈ ਉਹਨਾਂ ਨੂੰ ਫੋਲੋ ਕਰਦਾ ਹੈ ਤੇ ਉਹਦੇ ਦਰਸ਼ਨ ਕਰ ਸਕਦਾ ਹੈ। ਪਰ ਉਹਦੀ ਹੋਂਦ ਜਿਹੜੀ ਆਪਾਂ ਸਵੀਕਾਰ ਕਰਾਂਗੇ ਤਾਂ ਹੀ ਉਹਦੇ ਦਰਸ਼ਨ ਹੁੰਦੇ ਆ। ਉਦਾਹਰਨ ਤੌਰ ਤੇ ਜੇਕਰ ਆਪਾਂ ਆਪਣੇ ਜੀਵਨ ਤੇ ਨਜ਼ਰ ਮਾਰਦੇ ਹਾਂ ਤੇ ਆਪਣੇ ਜੀਵਨ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਾਫੀ ਜ਼ਿਆਦਾ ਮਿਲਾਵਟ ਹੈ, ਤੇ ਜਿੱਥੇ ਮਿਲਾਵਟ ਹੈ ਉੱਥੇ ਅਜੇ ਤੁਹਾਡੇ ਅੰਦਰ ਉਨੀ ਸ਼ਕਤੀ ਨਹੀਂ ਹੈ ਕਿ ਆਪਾਂ ਉਹਨੂੰ ਦੇਖ ਸਕੀਏ, ਕਿਉਂਕਿ ਉਹ ਬਹੁਤ ਨਿਰਮਲ ਹੈ। ਉਹਨੂੰ ਦੇਖਣ ਦੇ ਲਈ ਤੁਹਾਡੇ ਚਿੱਤ ਦਾ, ਤੁਹਾਡੇ ਮਨ ਦਾ ਨਿਰਮਲ ਹੋਣਾ ਬੜਾ ਜ਼ਰੂਰੀ ਹੈ। ਇਹ ਪਹਿਲੀ ਕੰਡੀਸ਼ਨ। ਕਬੀਰ ਸਾਹਿਬ ਇਸ ਗੱਲ ਦਾ ਕਲੇਮ ਕਰਦੇ ਆ, ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੇ ਹਰ ਫਿਰੇ ਕਹਿਤ ਕਬੀਰ ਕਬੀਰ। ਸਾਰੀ ਗੇਮ ਮਨ ਦੀ ਹੈ, ਮਨ ਨੂੰ ਨਿਰਮਲ ਕਰਨਾ ਹੈ। ਜਿੱਦਾਂ ਸਰੀਰ ਨੂੰ ਕਸ਼ਟ ਲੱਗਿਆ ਹੋਵੇ, ਕੋਈ ਬਿਮਾਰੀ ਹੋਵੇ ਤੇ ਸਰੀਰ ਦੁਖੀ ਹੁੰਦਾ ਹੈ। ਸਰੀਰ ਨੂੰ ਕੋਈ ਦੁੱਖ ਲੱਗ ਗਿਆ, ਕੋਈ ਬਿਮਾਰੀ ਲੱਗ ਗਈ, ਤੁਸੀਂ ਵੇਖੋਗੇ ਤੁਹਾਡਾ ਸਰੀਰ ਕੀ ਕਰਦਾ ਹੈ,
ਇੱਕ ਪੀੜਾ ਦੇ ਵਿੱਚ ਜੀਵਨ ਬਤੀਤ ਕਰਦਾ ਹੈ। ਇਸੇ ਹੀ ਤਰ੍ਹਾਂ ਬਾਣੀ ਕਹਿੰਦੀ ਹੈ ਕਿ ਤੇਰੇ ਮਨ ਨੂੰ ਜਦੋਂ ਰੋਗ ਲੱਗੇ ਨੇ ਕਾਮ ਦੇ, ਕ੍ਰੋਧ ਦੇ, ਲੋਭ ਦੇ, ਮੋਹ ਦੇ, ਹੰਕਾਰ ਦੇ, ਇਸ ਕਰਕੇ ਤੇਰਾ ਮਨ ਦੁਖੀ ਹੈ, ਪੀੜਤ ਹੈ, ਬਿਮਾਰ ਹੈ। ਇਸ ਕਰਕੇ ਬਾਣੀ ਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਹੈ, ਜੋ ਜੋ ਦਿਸੇ ਸੋ ਸੋ ਰੋਗੀ। ਕਿਉਂ ਰੋਗੀ ਕਿਹਾ? ਕਿਉਂਕਿ ਤੁਹਾਡਾ ਮਨ ਬਿਮਾਰ ਹੈ। ਮਨ ਨੂੰ ਬਿਮਾਰੀਆਂ ਲੱਗੀਆਂ ਹੋਈਆਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ, ਰਾਗ ਤੇ ਦਵੈਸ਼ ਦੀਆਂ। ਆਪਾਂ ਈਰਖਾ ਭਰਿਆ ਜੀਵਨ ਬਤੀਤ ਕਰਦੇ ਹਾਂ। ਜੇਕਰ ਸਾਡੇ ਤੋਂ ਕੋਈ ਅੱਗੇ ਲੰਘ ਜਾਂਦਾ ਹੈ ਤੇ ਸਾਡੇ ਅੰਦਰ ਈਰਖਾ ਦੇ ਭਾਵ ਪੈਦਾ ਹੁੰਦੇ ਨੇ। ਜੇ ਸਾਡੇ ਤੋਂ ਕਿਸੇ ਦਾ ਘਰ ਵੱਡਾ ਹੈ, ਸਰੀਰ ਜ਼ਿਆਦਾ ਤੰਦਰੁਸਤ ਹੈ, ਜੀਵਨ ਸਾਥੀ ਜ਼ਿਆਦਾ ਸੋਹਣਾ ਹੈ, ਜਾਂ ਦੁਨਿਆਵੀ ਸਹੂਲਤਾਂ ਜ਼ਿਆਦਾ ਵਧੀਆ ਨੇ, ਤੇ ਉੱਥੇ ਸਾਡੇ ਅੰਦਰ ਇੱਕ ਈਰਖਾ ਪੈਦਾ ਹੁੰਦੀ ਹੈ। ਵੈਸੇ ਇਹ ਪ੍ਰਕਿਰਤੀ ਦਾ ਨਿਯਮ ਹੈ, ਈਰਖਾ ਹੋਣੀ ਜ਼ਰੂਰੀ ਹੈ। ਜੇ ਈਰਖਾ ਨਾ ਹੋਵੇ ਤੇ ਇਹ ਜਿਹੜਾ ਸੰਸਾਰ ਗਤੀ ਨਹੀਂ ਕਰੇਗਾ। ਰੇਸ ਦੇ ਵਿੱਚ ਲੱਗਣ ਦੇ ਲਈ ਤੁਹਾਡੇ ਅੰਦਰ ਥੋੜੀ ਸੀ ਜੈਲਸੀ ਹੋਣੀ ਬੜੀ ਜ਼ਰੂਰੀ ਹੈ। ਉਹਦਾ ਤੁਸੀਂ ਬੈਠੇ ਜੋ, ਕੋਈ ਫਰਕ ਨਹੀਂ ਪੈਂਦਾ। ਇਹ ਪ੍ਰਕਿਰਤੀ ਦਾ ਨਿਯਮ ਹੈ, ਕੋਈ ਮਾੜੀ ਚੀਜ਼ ਨਹੀਂ ਹੈ। ਕੁਝ ਹੱਦ ਤੱਕ ਤੁਹਾਡੇ ਅੰਦਰ ਥੋੜੀ ਜਿਹੀ ਚਾਹੀਦੀ ਹੈ ਸ਼ਕਤੀ, ਪਰ ਜ਼ਿਆਦਾ ਪਾਗਲਪਨ ਨਹੀਂ ਹੋਣਾ ਚਾਹੀਦਾ, ਥੋੜਾ ਜਿਹਾ ਹੋਣਾ ਚਾਹੀਦਾ। ਇੱਕ ਮੈਂ ਤੁਕ ਪੜ੍ਹੀ, ਬਹੁਤ ਵਧੀਆ ਤੁਕ ਹੈ। ਇਹ ਲਿਖਦੇ ਨੇ ਮਹਾਰਾਜ, ਰਾਮ ਰਾਮ ਸਭ ਕੋ ਕਹੇ, ਕਹੀਏ ਰਾਮ ਨਾ ਹੋਏ। ਕਹਿੰਦੇ ਸਾਰੇ ਰਾਮ ਰਾਮ ਕਹਿੰਦੇ ਨੇ, ਪਰ ਰਾਮ ਕਹਿਣ ਦੇ ਨਾਲ ਕੋਈ ਰਾਮ ਨਹੀਂ ਹੋ ਜਾਂਦਾ। ਕਿਉਂ? ਉਹ ਕਹਿੰਦੇ ਕਿ ਰਾਮ ਤੂੰ ਰਾਮ ਕਹੀ ਜਾਂਦਾ ਹੈ, ਸਾਰੀ ਦੁਨੀਆ ਹੀ ਕਹਿੰਦੀ ਹੈ, ਪਰ ਏਦਾਂ ਕਹਿਣ ਦੇ ਨਾਲ ਤੇਰੇ ਮਨ ਨੇ ਔਗੁਣਾਂ ਤੋਂ ਮੁਕਤ ਨਹੀਂ ਹੋਣਾ। ਕੱਲਾ ਕਹਿਣ ਦਾ ਵਿਸ਼ਾ ਨਹੀਂ ਹੈ। ਪਰਮਾਤਮਾ ਕੇਵਲ ਕੱਲਾ ਜਪਣ ਦਾ ਨਹੀਂ ਵਿਸ਼ਾ, ਪਰਮਾਤਮਾ ਗਿਆਨ ਦਾ ਵੀ ਵਿਸ਼ਾ ਹੈ। ਗਿਆਨ ਵੀ ਚਾਹੀਦਾ ਹੈ। ਜੇਕਰ ਆਪਾਂ ਕੱਲੀ ਭਗਤੀ ਕਰੀ ਜਾਂਦੇ ਹਾਂ, ਆਪਣੇ ਕੋਲ ਗਿਆਨ ਨਹੀਂ, ਸਾਨੂੰ ਇਹ ਨਹੀਂ ਪਤਾ ਕੀ ਸਹੀ ਕੀ ਗਲਤ। ਕਿਉਂਕਿ ਜਿਹੜਾ ਅਵਿਦਿਆ ਹੈ, ਭਰਮ ਹੈ, ਉਹਨੂੰ ਖਤਮ ਕਰਨ ਦੇ ਲਈ ਤੁਹਾਨੂੰ ਜਿਹੜਾ ਹੈ ਪਰਾਵਿਦਿਆ ਤੇ ਅਪਰਾਵਿਦਿਆ, ਅਪਰਾਵਿਦਿਆ ਦੀ ਮਦਦ ਲੈਣੀ ਪੈਣੀ ਹੈ। ਇਹ ਜਿਹੜਾ ਗਿਆਨ ਹੈ ਪ੍ਰਮਾਤਮਾ ਤੋਂ ਆਇਆ, ਕਿਉਂਕਿ ਤੁਹਾਡਾ ਮਨ ਜਿਹੜਾ ਹੈ ਉਹ ਜੜ ਹੈ। ਉਸ ਨੂੰ ਸਮਝਾਉਣ ਦੇ ਲਈ ਜੜ ਦਾ ਗਿਆਨ ਜ਼ਰੂਰੀ ਹੈ। ਆਤਮਾ ਦਾ ਗਿਆਨ ਵੀ ਜ਼ਰੂਰੀ ਹੈ, ਪਰ ਭੌਤਿਕ ਗਿਆਨ ਵੀ ਚਾਹੀਦਾ ਹੈ। ਭੌਤਿਕ ਜਿਹੜਾ ਆਪਾਂ ਜੀਵਨ ਬਤੀਤ ਕਰਦੇ ਹਾਂ, ਇਹ ਸੰਸਾਰ ਦੇ ਵਿੱਚ ਕਿੱਦਾਂ ਵਿਚਰਨਾ ਹੈ, ਇਹ ਜੀਵਨ ਨੂੰ ਕਿੱਦਾਂ ਜਿਉਣਾ ਹੈ। ਜਿਸ ਤਰ੍ਹਾਂ ਆਪਾਂ ਗੱਡੀ ਚਲਾਉਣੀ ਸਿੱਖਦੇ ਹਾਂ ਤੇ ਜਦੋਂ ਆਪਾਂ ਡਰਾਈਵਰ ਕੋਲ ਜਾਂਦੇ ਹਾਂ, ਉਹ ਡਰਾਈਵਰ ਸਾਨੂੰ ਦੱਸਦਾ ਹੈ ਕਿ ਗੱਡੀ ਨੂੰ ਸੱਜੇ ਬੰਨੇ ਕਿੱਦਾਂ ਮੋੜਨਾ, ਖੱਬੇ ਬੰਨੇ ਕਿੱਦਾਂ ਮੋੜਨਾ, ਇਹਦੀ ਬ੍ਰੇਕ ਕਿੱਦਾਂ ਅਪਲਾਈ ਕਰਨੀ ਆ, ਗੇਅਰ ਕਿੱਦਾਂ ਚੇਂਜ ਕਰਨਾ ਹੈ। ਫਿਰ ਰਾਹ ਦੇ ਵਿੱਚ ਟ੍ਰੈਫਿਕ ਆ ਜਾਏਗੀ ਤੇ ਗੱਡੀ ਨੂੰ ਕਿੱਦਾਂ ਸੇਫਲੀ ਕੱਢਣਾ। ਬਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਇਹ ਸੰਸਾਰ ਹੈ, ਇਹਦੇ ਵਿੱਚ ਤੇਰੀ ਕਿਸ਼ਤੀ ਹੈ। ਇਸ ਕਿਸ਼ਤੀ ਨੂੰ ਕਿੱਦਾਂ ਤੂੰ ਕੱਢ ਕੇ ਅੱਗੇ ਲੈ ਕੇ ਜਾਣਾ ਹੈ, ਉਹਦਾ ਗਿਆਨ ਕਰਾਉਂਦੀ ਹੈ। ਬਾਣੀ ਇਕੱਲੀ ਸਾਨੂੰ ਭਗਤੀ ਬਾਰੇ ਨਹੀਂ ਦੱਸਦੀ, ਸਾਨੂੰ ਇੱਕ ਚੰਗਾ ਜੀਵਨ ਕਿੱਦਾਂ ਜਿਉਣਾ ਹੈ ਉਹਦੇ ਬਾਰੇ ਵੀ ਗਿਆਨ ਕਰਾਉਂਦੀ ਹੈ। ਬਾਣੀ ਸਾਡੀ ਪਰਸਨੈਲਿਟੀ ਨੂੰ ਡਿਵੈਲਪ ਕਰਦੀ ਹੈ। ਸਾਡੇ ਅੰਦਰ ਜਿਹੜਾ ਚੰਗਾ ਮਨੁੱਖ ਆ, ਚੰਗਾ ਮਨੁੱਖ ਤੋਂ ਭਾਵ ਸਾਡਾ ਜਿਹੜਾ ਆਤਮਾ, ਉਹਨੂੰ ਪ੍ਰਗਟ ਕਰਨ ਦੇ ਲਈ ਸਾਡੀ ਮਦਦ ਕਰਦੀ ਹੈ। ਕਹਿਣ ਤੋਂ ਭਾਵ ਹੈ ਕਿ ਤੁਹਾਡੇ ਕੋਲ ਕੋਈ ਮਹਿੰਗੀ ਚੀਜ਼ ਹੋਵੇ, ਹੁਣ ਤੁਹਾਨੂੰ ਉਹਦਾ ਇਸਤੇਮਾਲ ਕਰਨਾ ਨਹੀਂ ਆਉਂਦਾ ਤੇ ਤੁਸੀਂ ਐਵੇਂ ਮਿਸਯੂਜ਼ ਕਰੀ ਜਾਓ। ਉਹਦੀ ਜਿਹੜੀ ਵੈਲਿਊ ਹੈਗੀ ਹੈ ਤੁਹਾਨੂੰ ਪਤਾ ਨਹੀਂ। ਜਿੱਦਾਂ ਇੱਕ ਮੈਨੂੰ ਤੁਸੀਂ ਹੀਰਾ ਦੇ ਦਿਓ, ਉਹਦੀ ਵੈਲਿਊ ਮੈਨੂੰ ਨਹੀਂ ਪਤਾ, ਮੇਰੇ ਲਈ ਉਹ ਕੱਚ ਹੈ, ਉਹ ਕੱਚ ਮੇਰੇ ਲਈ ਕੱਚ ਹੈ, ਮੈਂ ਇਸ ਤੋਂ ਕੋਈ ਫਾਇਦਾ ਨਹੀਂ ਉਠਾ ਸਕਦਾ। ਉਹੋ ਹੀ ਹੀਰਾ ਤੁਸੀਂ ਕਿਸੇ ਜਿਹੜਾ ਰਤਨ ਨੂੰ ਪਰਖਦਾ ਹੈ, ਜਿਹੜਾ ਹੀਰਾ ਦਾ ਗਿਆਨ ਰੱਖਦਾ ਹੈ, ਤੁਸੀਂ ਉਹਨੂੰ ਦਓਗੇ, ਉਹ ਪ੍ਰੋਪਰ ਉਹਦਾ ਯੂਜ਼ ਕਰ ਸਕਦਾ। ਉਹ ਵੇਚਣ ਵੀ ਜਾਵੇਗਾ, ਉਹਦੀ ਬਰਾਬਰ ਕੀਮਤ, ਕਾਫੀ ਵਧੀਆ ਕੀਮਤ ਲੈ ਸਕਦਾ।
ਇਸੇ ਤਰ੍ਹਾਂ ਬ੍ਰਹਮ ਗਿਆਨੀ ਸਾਨੂੰ ਸਮਝਾਉਂਦੇ ਨੇ ਕਿ ਤੇਰਾ ਮਨੁੱਖਾ ਸਰੀਰ ਹੈ ਤੇਰੇ ਕੋਲ, ਇਹਦੀ ਕੀਮਤ ਬਹੁਤ ਹੈ, ਤੂੰ ਐਵੇਂ ਫਾਲਤੂ ਦੀਆਂ ਚੀਜ਼ਾਂ 'ਚ ਇਹਨੂੰ ਵੇਸਟ ਨਾ ਕਰ, ਇਹ ਕਹਿ ਕੇ ਗਏ ਨੇ। ਬਾਕੀ ਦੇਖੋ, ਭੈਣ ਭਰਾ ਹੁੰਦੇ ਨੇ, ਸਾਡੇ ਰਿਸ਼ਤੇਦਾਰ ਹੁੰਦੇ ਨੇ, ਜਦੋਂ ਸਾਡੇ ਘਰ ਆਪਾਂ ਕੋਈ ਕੰਮ ਕਰਨ ਲੱਗਦੇ ਹਾਂ ਸਾਨੂੰ ਸਲਾਹ ਦਿੰਦੇ ਨੇ। ਉਹ ਕੇਵਲ ਸਲਾਹ ਦਿੰਦੇ ਨੇ, ਸਾਡਾ ਗੁੱਟ ਫੜ ਕੇ ਕੰਮ ਨਹੀਂ ਕਰਾਉਂਦੇ। ਸਾਨੂੰ ਏਦਾਂ ਕਹਿੰਦੇ ਨੇ ਕਿ ਬਈ ਆਹ ਕੰਮ ਤੁਸੀਂ ਕਰੋਗੇ ਤੇ ਤੁਹਾਨੂੰ ਫਾਇਦਾ ਹੈ ਜਾਂ ਨੁਕਸਾਨ ਹੈ, ਉਹ ਦੱਸਦੇ ਨੇ ਬਸ। ਮੰਨਣਾ ਕਿ ਨਹੀਂ ਮੰਨਣਾ ਉਹ ਸਾਡੀ ਮਰਜ਼ੀ। ਆਪਾਂ ਕੋਈ ਮਸ਼ੀਨ ਖਰੀਦਦੇ ਹਾਂ, ਆਪਾਂ ਨੂੰ ਕੋਈ ਪੁੱਛਦੇ ਹਾਂ, ਉਹ ਦੱਸਦੇ ਆ ਵੀ ਆਹ ਮਸ਼ੀਨ ਲੈ ਲਓ, ਅਸੀਂ ਵੀ ਲਈ ਹੈ, ਵਧੀਆ। ਹੁਣ ਉਹ ਲੈਣੀ ਨਹੀਂ ਲੈਣੀ ਉਹ ਤੁਹਾਡੀ ਮਰਜ਼ੀ। ਇਸੇ ਤਰ੍ਹਾਂ ਬਾਣੀ ਜਿਹੜੀ ਹੈ ਉਹ ਭਗਤੀ ਬਾਰੇ ਗੱਲ ਕਰਦੀ ਹੈ। ਉਹ ਕਹਿੰਦੀ ਹੈ ਕਿ ਤੂੰ ਇੱਕ ਅਜੀਬ ਹੈ, ਤੂੰ ਬਾਰ-ਬਾਰ ਇੱਥੇ ਜਨਮ ਲੈ ਚੁੱਕੇ ਹੈ। ਉਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਕਿ ਬਹੁਤ ਪੁਰਾਣਾ ਹੈ, ਤੂੰ ਉਦੋਂ ਦਾ ਹੈ ਜਦੋਂ ਦੇ ਧਰਤੀਆਂ, ਸੂਰਜ, ਚੰਦ, ਤਾਰੇ ਵੀ ਨਹੀਂ ਸੀ, ਬਹੁਤ ਪੁਰਾਣਾ ਹੈ ਤੂੰ। ਔਰ ਹੁਣ ਤੇਰੇ ਕੋਲ ਇੱਕ ਬਹੁਤ ਵਧੀਆ ਮੌਕਾ ਹੈ, ਕਲਯੁਗ ਦਾ ਟਾਈਮ ਹੈ, ਤੂੰ ਇਸ ਮਾਇਆ ਜਾਲ ਚੋਂ ਬਾਹਰ ਨਿਕਲ ਸਕਦਾ ਹੈ। ਇਹ ਜਿਹੜੀ ਪ੍ਰਮਾਤਮਾ ਨੇ ਤੇਰੀ ਪਹੇਲੀ ਪਾਈ ਹੈ, ਇਸ ਪਹੇਲੀ ਨੂੰ ਤੂੰ ਹੱਲ ਕਰ ਸਕਦਾ। ਜਿਹੜੇ ਤੇਰੇ ਜੀਵਨ 'ਚ ਅਸ਼ੁੱਧੀ ਆ ਗਈ ਹੈ, ਇਹਨਾਂ ਨੂੰ ਤੂੰ ਖਤਮ ਕਰ ਸਕਦਾ। ਉਹ ਖਤਮ ਕਰਨਾ ਹੈ ਨਹੀਂ ਕਰਨਾ ਹੈ ਉਹ ਸਾਡੀ ਮਰਜ਼ੀ ਹੈ, ਕੋਈ ਜ਼ਬਰਦਸਤੀ ਵਾਲਾ ਸੌਦਾ ਨਹੀਂ। ਬਿਲਕੁਲ ਹੀ ਇਹ ਆਤਮ ਗਿਆਨ ਹੈ, ਬੜਾ ਨਿੱਜੀ ਮੈਟਰ ਹੈ। ਅਸੀਂ ਤੁਹਾਡਾ ਗੁੱਟ ਫੜ ਕੇ ਗੁਰਦੁਆਰੇ ਲੈ ਕੇ ਜਾ ਸਕਦੇ ਹਾਂ, ਤੁਹਾਡੇ ਕੋਲੋਂ ਜ਼ਬਰਦਸਤੀ ਸੇਵਾ ਕਰਵਾ ਸਕਦੇ ਹਾਂ, ਪਰ ਆਤਮ ਗਿਆਨ ਵਰਗੀ ਉੱਚੀ ਅਵਸਥਾ ਪ੍ਰਾਪਤ ਕਰਨ ਦੇ ਲਈ ਕੋਈ ਕਿਸੇ ਨਾਲ ਜ਼ਬਰਦਸਤੀ ਨਹੀਂ ਕਰ ਸਕਦਾ। ਇਹ ਸਾਡੀ ਆਪਣੀ ਮਰਜ਼ੀ, ਬਿਲਕੁਲ ਹੀ ਸਾਡਾ ਆਪਣਾ ਡਿਸੀਜਨ ਹੈ। ਬਾਣੀ ਦੂਸਰੀ ਤਰਫ ਸਾਨੂੰ ਇਹ ਵੀ ਸਮਝਾਉਂਦੀ ਆ ਕਿ ਤੇਰੇ ਜਿਹੜੇ ਜੀਵਨ ਦੇ ਬਾਕੀ ਭੇਸ ਆ, ਦੇਖ ਇਹਨਾਂ ਨੂੰ ਬਦਲਣ ਦੇ ਨਾਲ ਤੇਰੇ ਚਿੱਤ ਨੇ, ਤੇਰੇ ਮਨ ਨੇ ਨਿਰਮਲ ਨਹੀਂ ਹੋਣਾ। ਭਾਵੇਂ ਤੂੰ ਹਿੰਦੂ ਪਾਲਾ, ਭਾਵੇਂ ਸਿੱਖਾਂ ਦਾ ਪਾਲਾ, ਭਾਵੇਂ ਈਸਾਈਆਂ ਦਾ ਪਾਲਾ, ਭਾਵੇਂ ਕਿਸੇ ਦਾ ਵੀ ਪਾਲਾ, ਜਿੰਨਾ ਚਿਰ ਤੂੰ ਭਗਤੀ ਨਹੀਂ ਕਰਦਾ। ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਸੀ। ਉਹ ਜਨੇਊ ਨੂੰ ਰਿਜੈਕਟ ਕਰਨ ਦਾ ਕਾਰਨ ਹੀ ਇਹੋ ਸੀ ਕਿ ਇਹ ਕੁਝ ਡਿਫਰੈਂਟ ਮੈਟਰ ਆ। ਕੇਵਲ ਤੁਸੀਂ ਬਾਹਰੀ ਕਰਮ ਕਾਂਡ 'ਚ ਨਾ ਬੰਦੇ ਨੂੰ ਬੰਨ੍ਹ ਕੇ ਰੱਖ ਦਿਓ, ਉਹਨੂੰ ਅਸਲੀ ਗਿਆਨ ਕਰਾਓ। ਕਿਉਂਕਿ ਜਨੇਊ ਪਾਉਣ ਦੇ ਨਾਲ ਬੰਦੇ ਦੇ ਅੰਦਰ ਸੱਚਾਈ ਨਹੀਂ ਆ ਸਕਦੀ, ਬੰਦਾ ਇਮਾਨਦਾਰ ਨਹੀਂ ਬਣ ਸਕਦਾ, ਬੰਦਾ ਬ੍ਰਹਮ ਗਿਆਨੀ ਨਹੀਂ ਬਣ ਸਕਦਾ। ਉਸ ਦੇ ਲਈ ਇਹ ਬਾਣੀ ਵਿੱਚ ਸਾਨੂੰ ਸਮਝਾਇਆ। ਦੇਖੋ ਅੱਜ ਫਿਰ ਉਹਨਾਂ ਨੇ ਸਮਝਾਇਆ, ਆ ਪਹਿਲੀ ਤੁਕ ਵੇਖੋ, ਨਿਜਸਬ ਸਾਹਿਬ ਮੇਰਾ ਸਦਾ ਹੈ ਜਿਸੇ ਸ਼ਬਦ ਕਮਾਏ। ਉਹ ਕਹਿੰਦੇ ਹਮੇਸ਼ਾ ਹੈਗਾ ਪਰਮਾਤਮਾ, ਪਰ ਹੈਗਾ ਤੇ ਹੈ, ਇਹ ਗੱਲ ਮੰਨਣ ਦੇ ਨਾਲ ਪਰਮਾਤਮਾ ਦੇ ਦਰਸ਼ਨ ਬਿਲਕੁਲ ਨਹੀਂ ਹੋਣੇ। ਕਿੱਦਾਂ ਦਿਸਦਾ ਹੈ? ਉਹ ਕਹਿੰਦਾ ਭਗਤੀ ਕਰਨੀ ਪੈਣੀ ਹੈ ਤੁਹਾਨੂੰ। ਬਿਲਕੁਲ, ਭਗਤੀ ਤੋਂ ਬਿਨਾਂ ਤੁਹਾਨੂੰ ਪਰਮਾਤਮਾ ਨਹੀਂ ਦਿਖਾਈ ਦੇ। ਉਹਦੇ ਵਿੱਚ ਤੁਹਾਡੇ ਕੋਲ ਦੋ ਆਪਸ਼ਨ ਹੈਗੇ ਨੇ, ਇੱਕ ਤੇ ਹੈਗਾ ਤੁਹਾਡੇ ਕੋਲ ਧਿਆਨ ਤੇ ਦੂਸਰਾ ਹੈ ਸਿਮਰਨ। ਧਿਆਨ ਦਾ ਮਤਲਬ ਮਨ ਨੂੰ ਇਕਾਗਰ ਕਰਨਾ ਤੇ ਸਿਮਰਨ ਦਾ ਮਤਲਬ ਹੈਗਾ ਭਗਤੀ। ਧਿਆਨ ਸਭ ਤੋਂ ਪਹਿਲਾਂ ਜਿਹੜਾ ਆਪਣਾ ਧਿਆਨ ਹੈ ਜਿਹੜਾ ਖਰਾਬ ਹੋ ਚੁੱਕਿਆ ਹੈ। ਅਸਲ ਦੇ ਵਿੱਚ ਸਾਡਾ ਧਿਆਨ ਬੜਾ ਵਧੀਆ ਹੈ। ਜਦੋਂ ਬੱਚਾ ਪੈਦਾ ਹੁੰਦਾ ਹੈ ਨਾ, ਉਹ ਬ੍ਰਹਮ ਗਿਆਨੀ ਹੁੰਦਾ ਹੈ, ਬਹੁਤ ਉੱਚ ਅਵਸਥਾ ਹੁੰਦੀ ਉਹਦੀ। ਹੌਲੀ ਹੌਲੀ ਕਰਕੇ ਜਿਵੇਂ ਜਿਵੇਂ ਸਾਡੇ ਸੰਸਾਰ 'ਚ ਆਈ ਜਾਂਦਾ ਹੈ, ਵਧੀ ਜਾਂਦਾ ਹੈ, ਅਸੀਂ ਉਹਦੇ ਚਿੱਤ ਤੇ ਬੜਾ ਕੁਝ ਪਾ ਦਿੰਦੇ ਹਾਂ। ਹੁਣ ਜਿਹੜੇ ਸੰਸਕਾਰ ਆਪਾਂ ਪਹਿਲਾਂ ਪਾਤੇ ਆ, ਉਹੀ ਸੰਸਕਾਰ ਜਿਹੜੇ ਨੇ ਉਹਦੇ ਪਹਿਲਾਂ ਅੰਦਰ ਪ੍ਰਗਟ ਹੋ ਜਾਣ। ਇਹ ਮਾਂ-ਬਾਪ ਦਾ ਚਰਿੱਤਰ ਵਧੀਆ ਹੈ, ਇਮਾਨਦਾਰ ਹੈਗੇ ਨੇ, ਨੈਚੁਰਲੀ ਉਸ ਬੱਚੇ ਦੇ ਜੀਵਨ ਤੇ ਉਹਨਾਂ ਦਾ ਪ੍ਰਭਾਵ ਪੈਣਾ ਜੀ। ਜੇ ਮਾਂ-ਬਾਪ ਦਾ ਚਰਿੱਤਰ ਕਿਰਦਾਰ ਏਡਾ ਵਧੀਆ ਨਹੀਂ ਹੈ, ਉਹ ਵੀ ਉਸ ਬੱਚੇ ਤੇ ਪਵੇਗਾ। ਕਿਉਂਕਿ ਵੇਖ ਰਿਹਾ, ਤੁਹਾਨੂੰ ਦੇਖ ਰਿਹਾ ਹੋ, ਤੁਸੀਂ ਕਿੱਦਾਂ ਇੱਕ ਦੂਜੇ ਨਾਲ ਗੱਲਬਾਤ ਕਰਦੇ ਜੋ, ਤੁਸੀਂ ਕਿੱਦਾਂ ਆਪਣੇ ਜੀਵਨ ਦੀਆਂ ਸਮੱਸਿਆ ਨੂੰ ਹੈਂਡਲ ਕਰਦੇ ਜੋ। ਜੇ ਕੋਈ ਪ੍ਰੋਬਲਮ ਆ ਗਈ ਹੈ, ਤੁਸੀਂ ਕਿੱਦਾਂ ਹੈਂਡਲ ਕੀਤਾ। ਜੇ ਤੁਸੀਂ ਰੌਲਾ ਪਾਇਆ, ਚੀਕਾਂ ਮਾਰੀਆਂ, ਡਾਂਗਾ ਮਾਰੀਆਂ, ਉਹਦੇ ਮਨ ਦੇ ਵਿੱਚ ਇਹ ਗਰੰਟੀ ਹੋ ਗਈ ਹੈ ਕਿ ਕੋਈ ਸਮੱਸਿਆ ਆਵੇਗੀ ਤੇ ਸਭ ਤੋਂ ਪਹਿਲਾਂ ਮੈਂ ਡਾਂਗ ਕੱਢਾਂਗਾ ਤੇ ਆਪਣੀ ਘਾਟੀ ਦੇ 2 ਮੋਹਰਾਂ 'ਚ ਜੜਾਂਗਾ। ਇਹਦਾ ਹੱਲ ਇਹ ਹੈ।
क्यों? क्योंकि वो सोचते हैं कि मेरे घर जदों भी कोई लड़ाई पैंदी है तो डैडी सब तो पहले डंग कट के लिया वो तुहानू अपना उस्ताद समझदा है, चाहे कुड़ी है चाहे मुंडा, टीचर समझदा है। वो कहता है कि मेरे माँ बाप जिस तरीके नाल समस्या का हल करते हैं मैं भी उसे ही तरह करांगा, और काफी लंबे समय तक वो वेंदा रहिंदा। इस करके ਜਦੋਂ ਤੁਹਾਡੇ ਘਰ ਬੱਚਾ ਪੈਦਾ ਹੋ ਜਾਏ ਤੇ ਪਲੀਜ਼ ਉਦੋਂ ਥੋੜਾ ਜਿਹਾ ਧਿਆਨ ਦੇ ਨਾਲ ਜੀਵਨ ਬਤੀਤ ਕਰੋ, ਕਿਉਂਕਿ ਇੱਕ ਚੰਗਾ ਬੱਚਾ ਸਮਾਜ ਛੱਡ ਕੇ ਜਾਣਾ ਇਹ ਵੀ ਸਾਡੇ ਜੀਵਨ ਦਾ ਇੱਕ ਹਿੱਸਾ ਹੈ। ਜੇਕਰ ਆਪਾਂ ਆਪਣੀ ਡਿਊਟੀ ਨਹੀਂ ਪੂਰੀ ਨਿਭਾਉਂਦੇ, ਇਕੱਲਾ ਪੈਸਾ ਲੈ ਕੇ ਦੇ ਕੇ ਜਾਂਦੇ ਆ ਉਹਨਾਂ ਨੂੰ, ਉਹਦੇ ਨਾਲ ਉਹ ਸੁਖੀ ਹੋ ਸਕਦਾ ਹੈ ਔਰ ਕੋਈ ਸਹੂਲਤਾਂ ਵੱਧ ਮਿਲ ਜਾਣਗੀਆਂ, ਪਰ ਉਹ ਇੱਕ ਚੰਗਾ ਇਨਸਾਨ ਨਹੀਂ ਬਣ ਸਕਦਾ। ਇਹ ਇੱਕ ਜ਼ਿੰਦਗੀ ਦਾ ਬਹੁਤ ਵੱਡਾ ਤੁਹਾਡੀ ਦਾ ਇੱਕ ਇਹ ਵੀ ਇੱਕ ਹਿੱਸਾ ਹੈ, ਔਰ ਇਸ ਪਲੇ ਨੂੰ ਪਲੀਜ਼ ਆਪ ਚੰਗੀ ਤਰ੍ਹਾਂ ਪਲੇ ਕਰੋ। ਇਸ ਕਰਕੇ ਥੋੜਾ 2 ਮਿੰਟ ਲਾਏ ਨੇ ਅੱਜ, ਕਿਉਂਕਿ ਕਈ ਵਾਰੀ ਆਪਾਂ ਸੋਚਦੇ ਹਾਂ ਕਿ ਮੈਂ ਇਕੱਲਾ ਭਗਤੀ ਕਰਾਂਗਾ ਤੇ ਬਸ ਮੇਰਾ ਕੰਮ ਹੋ ਗਿਆ, ਬਾਕੀ ਬੈਠੇ ਰਹੋ। ਨਹੀਂ, ਜਿੱਥੇ ਜਿੱਥੇ ਤੁਹਾਡੀਆਂ ਡਿਊਟੀਆਂ ਨੇ ਪਲੀਜ਼ ਆਪ ਉੱਥੇ ਉਹਨਾਂ ਨੂੰ ਪੂਰਾ ਕਰੋ। ਪਰਮਾਤਮਾ ਕੋਈ ਤੁਹਾਡੀ 2 ਘੰਟੇ ਦੀ ਭਗਤੀ ਨਹੀਂ ਜੇ ਚਾਹੁੰਦਾ, ਇਹ ਗੱਲ ਬਿਲਕੁਲ ਸੱਚ ਜੇ। ਜੇਕਰ ਆਪਾਂ ਸੋਚੀਏ ਕਿ ਸਾਰਾ ਦਿਨ ਆਪਣੀ ਮਰਜ਼ੀ ਨਾਲ ਜੀਵਨ ਬਤੀਤ ਕਰੀਏ, 2 ਘੰਟੇ ਭਗਤੀ ਕਰ ਲਈਏ, ਤੇ ਫਿਰ ਜੇਕਰ ਆਪਾਂ ਇਹ ਸੋਚਦੇ ਹਾਂ ਕਿ ਅਸੀਂ ਬੜੇ ਭਗਤ ਹਾਂ ਤੇ ਉੱਥੇ ਕੁਛ ਗੜਬੜ ਹੈ, ਉਹ ਵਧੀਆ ਗੱਲ ਨਹੀਂ। ਠੀਕ ਹੈ ਜੀ। ਆਹ ਨਿਜਾ ਸਾਹਿਬ ਅਗਲੀ ਤੁਕ ਬੋਲ ਦਿਓ ਪਲੀਜ਼। ਸਦਾ ਉਹ ਹਾਣੀ ਕਦੇ ਨਾ ਹੈ, ਨਾ ਆਵੇ ਨਾ ਜਾਏ। ਹਾਣੀ ਕਹਿੰਦੇ ਹੁੰਦੇ ਨੁਕਸਾਨ। ਮਾਲਕ ਪਰਮਾਤਮਾ ਕਦੀ ਵੀ ਜਿਹੜਾ ਹੈਗਾ ਉਹ ਮਰਦਾ ਨਹੀਂ ਹੈਗਾ, ਕਦੀ ਵੀ ਛੁਪਦਾ ਨਹੀਂ ਹੈ, ਕਦੀ ਉਹਦੀ ਹਾਨੀ ਨਹੀਂ ਹੁੰਦੀ। ਮਾਲਕ ਪਰਮਾਤਮਾ ਦੀ ਹਮੇਸ਼ਾ ਹੀ ਰਹਿੰਦਾ ਹੈ, ਹਮੇਸ਼ਾ ਹੀ ਹੈਗਾ, ਹਮੇਸ਼ਾ ਹੀ ਰਹੂਗਾ, ਔਰ ਆਉਂਦਾ ਜਾਂਦਾ ਨਹੀਂ ਹੈਗਾ। ਉਹ ਸਦਾ ਸਦਾ ਸੋ ਸੇਵੀਏ ਜੋ ਸਭ ਮੇ ਰਹਿ ਸਮਾਏ। ਕਹਿੰਦੇ ਉਹ ਮਾਲਕ ਪਰਮਾਤਮਾ, ਔਰ ਸਾਰਿਆਂ ਦੇ ਵਿੱਚ ਉਹੀ ਮਾਲਕ ਪਰਮਾਤਮਾ ਸਮਾਇਆ ਹੋਇਆ ਹੈ। ਸਾਰਿਆਂ ਦੇ ਵਿੱਚ ਉਹ ਮਾਲਕ ਪਰਮਾਤਮਾ ਦੀ ਜੋਤ ਹੈਗੀ ਆ। ਅਸਲੀ ਜਿਹੜੇ ਹੈਗੇ ਸਾਰਿਆਂ ਦੇ ਵਿੱਚ ਉਹ ਮਾਲਕ ਪਰਮਾਤਮਾ ਹੀ ਹੈਗਾ। ਗੁਪਤ ਰੂਪ ਦੇ ਵਿੱਚ, ਸੂਖਸ਼ਮ ਰੂਪ ਦੇ ਵਿੱਚ ਉਹਦੀ ਜੋਤ ਹੈਗੀ ਮਾਲਕ ਪਰਮਾਤਮਾ ਦੀ। ਬਾਕੀ ਸਾਰਾ ਜਿਹੜਾ 5 ਤੱਤਾਂ ਦੀ ਰਚਨਾ ਹੈਗੀ ਆ। ਔਰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਸੱਚ ਹੈਗਾ। ਤੇ ਮਾਲਕ ਕਹਿੰਦਾ ਹੈ ਤੂੰ ਵੀ ਜਿਹੜਾ ਹੈਗਾ ਸੱਚ ਹੈਗਾ ਆ, ਪਰ ਤੂੰ ਜਿਹੜਾ ਹੈਗਾ ਇਹ ਕੱਚ ਜਿਹੜਾ ਹੈਗਾ, ਇਹ ਮਾਇਆ ਜਿਹੜੀ ਹੈ, ਪਦਾਰਥ ਜਿਹੜੇ ਹੈਗੇ, ਇਹਨਾਂ ਦੇ ਨਾਲ ਜਿਹੜਾ ਹੈਗਾ ਤੂੰ ਆਪਣੇ ਆਪ ਨੂੰ ਕੱਚ ਸਮਝ ਰਿਹਾ ਹੈ। ਬਸ ਮਾਲਕ ਕਹਿੰਦਾ ਤੂੰ ਵੀ ਸੱਚ, ਆਪਣੇ ਆਪ ਨੂੰ ਸੱਚ ਸਮਝ ਜਾ। ਬਸ ਮਾਲਕ ਦੇ ਨਾਲ ਮਿਲ ਜਾਵਾਂਗੇ ਆਪਾਂ। ਜੇ ਆਪਣਾ ਜੀਵਨ ਸੱਚ ਦੇ ਉੱਤੇ ਆ ਜਾਏਗਾ, ਸੱਚਾ ਜੀਵਨ ਹੋ ਜਾਏਗਾ। ਤੇ ਇਹਦੇ ਵਾਸਤੇ ਜਿਹੜਾ ਹੈਗਾ ਮਾਲਕ ਦੀ ਯਾਦ, ਮਾਲਕ ਦਾ ਧਿਆਨ ਜਿਹੜਾ ਹੈਗਾ, ਉਹਦਾ ਸਿਮਰਨ ਜਿਹੜਾ ਹੈਗਾ ਸਹਾਇਕ ਹੋ ਸਕਦਾ ਹੈ ਆਪਾਂ ਨੂੰ ਸੱਚ ਜਿਹੜਾ ਬੁਝਾਉਣ ਦੇ ਵਾਸਤੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਦੇਖੋ ਸਾਧ ਸੰਗਤ ਜੀ, ਪਹਿਲਾਂ ਆਪਾਂ ਪੜ੍ਹਾਈ ਕਰਦੇ ਹਾਂ, ਕਾਫੀ ਕਸ਼ਟ ਹੁੰਦਾ ਹੈ ਨਾ। ਜਿਹੜੇ ਬੰਦੇ ਪੜ੍ਹਦੇ ਆ ਨਾ, ਵੇਖੋ ਉਹਨਾਂ ਨੂੰ ਵਿਚਾਰਿਆਂ ਨੂੰ ਰਾਤ ਨੂੰ ਜਾਗ ਕੇ, ਹੁਣ ਮੈਂ ਤੇ ਪੜ੍ਹਿਆ ਹੀ ਨਹੀਂ, ਮੈਂ ਤਾਂ ਬਹੁਤ ਛੋਟੀ ਜਿਹੀ ਪੜ੍ਹਾਈ ਕੀਤੀ, ਨੰਬਰ ਵੀ ਥੋੜੇ ਜਿਹੇ, ਬਹੁਤ ਥੋੜੇ। ਪਰ ਜਿਹੜੇ ਬਹੁਤ ਪੜ੍ਹਾਈ ਕਰਦੇ ਆ ਉਹਨਾਂ ਦੇ ਟਾਰਗੇਟ ਬੜੇ ਉੱਚੇ ਹੁੰਦੇ ਆ। ਸ਼ੁਰੂ 'ਚ ਉਹਨਾਂ ਨੇ ਕਸ਼ਟ ਝੱਲਿਆ, ਫਿਰ ਇੱਕ ਸਮਾਂ ਆਉਂਦਾ ਹੈ ਉਹਨਾਂ ਕੋਲ ਬਹੁਤ ਪਾਵਰ ਆ ਜਾਂਦੀ ਹੈ, ਉਹਨਾਂ ਕੋਲ ਨੌਕਰੀ ਆ ਜਾਂਦੀ ਹੈ, ਫਿਰ ਸੁੱਖ, ਕਿਉਂਕਿ ਉਹਨਾਂ ਕੋਲ ਇੰਨੀ ਪਾਵਰ ਆ ਗਈ ਆ, ਹੁਣ ਉਹਨਾਂ ਦਾ ਇੱਕ ਸਾਈਨ ਹੀ ਕਾਫੀ ਹੈ। ਦੂਸਰੀ ਤਰਫ ਦੇਖੋ, ਜਿਹੜਾ ਬੰਦਾ ਨਹੀਂ ਪੜ੍ਹਦਾ, ਵੇਖੋ ਸਾਰਾ ਦਿਨ ਮਜ਼ਦੂਰੀ ਕਰਦਾ, ਫਿਰ ਜਾ ਕੇ ਥੋੜੇ ਜਿਹੇ ਪੈਸੇ ਮਿਲਦੇ ਆ। ਪਰ ਇੱਕ ਬੰਦਾ ਉੱਥੇ ਬੈਠਾ ਹੈ ਦਫ਼ਤਰ ਦੇ ਅੰਦਰ, AC ਲੱਗਾ, ਕੁਰਸੀਆਂ ਡੱਠੀਆਂ, ਕੇਵਲ ਸਾਈਨ ਕਰਨੇ। ਉਸ ਬੰਦੇ ਨੇ ਵੀ ਮਿਹਨਤ ਕੀਤੀ ਹੈ, ਫਿਰ ਮਿਹਨਤ ਕਰਨ ਦੇ ਨਾਲ ਕੀ ਹੋਇਆ ਕਿ ਉਹਨੂੰ ਪਾਵਰ ਮਿਲੀ ਹੈ। ਇਸੇ ਤਰ੍ਹਾਂ ਦੇਖੋ ਸੱਚ ਹੈ, ਸੱਚ ਜਿਹੜਾ ਸਾਰਿਆਂ 'ਚ ਸਮਾਇਆ ਹੈ, ਇਹ ਗੱਲ ਤੇ ਬਿਲਕੁਲ ਸੱਚ ਹੈ, ਸਾਨੂੰ ਪਤਾ ਵੀ ਹੈ। ਪਰ ਇਹ ਗੱਲ ਕਹਿਣ ਦੇ ਨਾਲ ਜਾਂ ਮੰਨ ਲੈਣ ਦੇ ਨਾਲ ਸਾਨੂੰ ਸੱਚ ਦਾ ਗਿਆਨ ਪ੍ਰਾਪਤ ਨਹੀਂ ਹੁੰਦਾ। ਸੱਚ ਦਾ ਗਿਆਨ ਪ੍ਰਾਪਤ ਕਰਨ ਦੇ ਲਈ ਸਾਨੂੰ ਉਸ ਸਟੇਜ ਤੇ ਜਾਣਾ ਪਵੇਗਾ। ਉਸ ਸਟੇਜ ਤੇ ਜਾਣ ਲਈ ਸਾਨੂੰ ਕੀ ਕਰਨਾ ਪਊਗਾ? ਭਗਤੀ ਕਰਨੀ ਪਊਗੀ। ਭਗਤੀ ਹੀ ਇੱਕ ਮਾਰਗ ਹੈ, ਹੋਰ ਕੋਈ ਮਾਰਗ ਨਹੀਂ। ਗਿਆਨ ਮਾਰਗ, ਕਰਮ ਮਾਰਗ ਤੇ ਭਗਤੀ ਮਾਰਗ,
ਗਿਆਨ ਮਾਰਗ ਸਾਨੂੰ ਪ੍ਰੇਰਿਤ ਕਰਦਾ ਹੈ ਭਗਤੀ ਕਿੱਦਾਂ ਕਰਨੀ ਹੈ। ਭਗਤੀ ਜਦੋਂ ਆਪਾਂ ਕਰਦੇ ਹਾਂ, ਦੇਖੋ ਬਾਣੀ ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਤੂੰ ਕਾਮ ਨੂੰ ਛੱਡ ਦੇ, ਕ੍ਰੋਧ ਨੂੰ ਛੱਡ ਦੇ, ਲੋਭ ਨੂੰ ਛੱਡ ਦੇ, ਮੋਹ ਨੂੰ ਛੱਡ ਦੇ। ਉਹ ਕਹਿੰਦੇ ਇਕੱਲੀ ਭਗਤੀ ਕਰ। ਜਦੋਂ ਤੂੰ ਭਗਤੀ ਕਰੇਗਾ ਨਾ, ਇਹ ਜਿਹੜੇ ਹਨੇਰੇ ਨੇ ਆਪਣੇ ਆਪ ਹੀ ਦੂਰ ਹੋ ਜਾਣਗੇ। ਹੁਣ ਤੁਸੀਂ ਡਾਇਰੈਕਟ ਹਨੇਰੇ ਨਾਲ ਲੜਨ ਦੀ ਕੋਸ਼ਿਸ਼ ਕਰੋ ਤੇ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ। ਦੂਸਰੀ ਤਰਫ ਤੁਸੀਂ ਇੱਕ ਦੀਪਕ ਬਾਲ ਦੋ, ਹਨੇਰਾ ਆਪਣੇ ਆਪ ਹੀ ਚੱਲ ਜਾਏਗਾ। ਬਿਕੋਜ਼ ਹਨੇਰਾ ਹੈ ਹੀ ਨਹੀਂ ਆ, ਉਹ ਮਾਇਆ ਹੈ। ਮਾਇਆ ਨੂੰ ਧੱਕਾ ਦੇਣ ਦੀ ਲੋੜ ਨਹੀਂ ਹੈ। ਤੁਸੀਂ ਕੇਵਲ ਆਤਮਾ ਨੂੰ ਪ੍ਰਗਟ ਕਰੋ ਬਸ। ਆਤਮਾ ਪ੍ਰਗਟ ਹੋ ਗਈ ਤੇ ਜਿਹੜੇ ਪੰਜ ਤੱਤ ਆ, ਜਿਹੜੇ ਇਹਨਾਂ ਦੇ ਔਗਣ ਆ, ਆਟੋਮੈਟਿਕਲੀ ਸ਼ਾਂਤ ਹੋ ਜਾਣੇ ਆ। ਬਿਲਕੁਲ ਗੋਰਖੀ ਸਾਹਿਬ, ਸੱਚ ਜਿਹੜਾ ਹੈ, ਸੱਚ ਜਦ ਆ ਜਾਏਗਾ ਸਾਹਮਣੇ ਤੇ ਕੱਚ ਦਾ ਤਾਂ ਆਪਣੇ ਆਪ ਪਤਾ ਲੱਗ ਜਾਏਗਾ। ਕੱਚ ਨੂੰ ਕਿਉਂ ਫੜੇਗਾ ਬੰਦਾ, ਫਿਰ ਸੱਚ ਨੂੰ ਹੀ ਫੜੇਗਾ ਨਾ। ਹਾਂਜੀ ਵੀਰ ਜੀ। ਹਾਂਜੀ, ਬਿਲਕੁਲ ਬਿਲਕੁਲ ਠੀਕ ਆ। ਜਦੋਂ ਸੱਚ ਆ ਗਿਆ ਨਿੱਜਰ ਸਾਹਿਬ, ਕੱਚ ਆਪਣੇ ਆਪ ਹੀ ਖਤਮ ਹੋ ਜਾਣਾ। ਹੁਣ ਤੁਹਾਡੇ ਹੱਥ 'ਚ ਅਸਲੀ ਹੀਰਾ ਜੇ, ਤੁਸੀਂ ਨਕਲੀ ਫੜੋਗੇ? ਬਸ ਇਹੀ ਗੱਲ ਹੈ। ਮੁੰਡਾ ਮੇਰਾ ਉੱਤੇ ਕੋਠੇ ਚੜ੍ਹ ਕੇ ਪਤਾ ਨੀ ਡੰਬਲ ਸੁੱਟੀ ਜਾਣ ਕੋਈ। ਤੇ ਠੀਕ ਹੈ, ਜਦੋਂ ਸੱਚ ਆ ਗਿਆ ਤੇ ਫਿਰ ਸੱਚ ਨੇ ਆਟੋਮੈਟਿਕਲੀ ਹੀ ਕੱਚ ਨੂੰ ਸਾਡੇ ਹੱਥੋਂ ਛੁਡਾ ਦੇਣਾ। ਜਦੋਂ ਅਸਲੀ ਮਿਲ ਗਿਆ, ਨਕਲੀ ਕੌਣ ਫੜੇਗਾ ਜੀ? ਠੀਕ ਹੈ ਜੀ, ਬਿਲਕੁਲ। ਤੇ ਸੇਵਨਾ ਕਿਹਨੂੰ ਹੈ? ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਇੱਥੇ ਕਿਸੇ ਬੰਦੇ ਬੁੱਢੇ ਦੀ ਗੱਲ ਨਹੀਂ ਹੋਈ ਜੇ ਬਾਣੀ 'ਚ। ਇਹ ਖਾਸ ਕਰਕੇ ਸਾਨੂੰ ਬੜੀ ਚੰਗੀ ਤਰ੍ਹਾਂ ਸਮਝਾਇਆ ਹੈ, ਪਰ ਫਿਰ ਵੀ ਆਪਾਂ ਨਹੀਂ ਸਮਝਦੇ। ਆਪਾਂ ਸਭ ਮੂਰਤੀ ਦੇ ਵਿੱਚ, ਬੰਦਿਆਂ ਬੁੱਢੀਆਂ ਦੇ ਵਿੱਚ ਪਿੱਛੇ ਭਟਕਦੇ ਫਿਰਦੇ ਹਾਂ। ਤੁਸੀਂ ਵੇਖੋ, ਇੱਥੇ ਬਾਣੀ 'ਚ ਕੁਛ ਵੀ ਨਹੀਂ ਲਿਖਿਆ। ਉਹ ਕਹਿੰਦੇ ਆਤਮਾ ਦੀ ਭਗਤੀ ਕਰਨੀ ਹੈ ਭਾਈ, ਬਾਣੀ 'ਚ ਤਾਂ ਕਿਹਦੀ ਕਰਨੀ ਹੈ? ਹਾਂ ਗੋਰਖੀ ਸਾਹਿਬ, ਕਲੀਅਰ ਕੱਟ ਤਾਂ ਲਿਖਿਆ ਹੋਇਆ। ਦੇਖੋ ਚੌਥੀ ਲਾਈਨ ਦੇ ਵਿੱਚ, ਅਵਰ ਦੂਜਾ ਕਿਉਂ ਸੇਵੀਏ ਜੋ ਜੇ ਜੰਮੇ ਤੇ ਮਰ ਜਾਏ। ਜਿਹੜਾ ਜੰਮਦਾ ਮਰਦਾ ਹੈ, ਜੰਮ ਕੇ ਮਰਦਾ ਹੈ, ਕਹਿੰਦੇ ਉਹਨੂੰ ਕਿਉਂ ਸੇਵੀਏ। ਇਹ ਤਾਂ ਕਲੀਅਰ ਕੱਟ ਕਹਿ ਰਹੇ ਬਾਣੀ। ਹਾਂ, ਜਿਹੜਾ ਪੱਥਰ ਆ, ਮੂਰਤੀ ਆ, ਮਨੁੱਖ ਆ, ਉਹਨੂੰ ਉਹਦੀ ਸੇਵਾ ਕਰਨ ਦਾ, ਉਹਦੀ ਮਤਲਬ ਉਹਦੀ ਭਗਤੀ ਨਾ ਕਰੋ। ਭਗਤੀ ਤੇ ਤੁਹਾਨੂੰ ਪ੍ਰਮਾਤਮਾ ਦੀ ਹੀ ਕਰਨੀ ਪੈਣੀ ਹੈ। ਪਰ ਇਹ ਲੋਕ ਕੀ ਕਰਦੇ ਆ ਕਿ ਗੁੰਮਰਾਹ ਕਰ ਦਿੰਦੇ ਆ, ਉਹ ਆਪਣੇ ਪਿੱਛੇ ਲਾ ਲੈਂਦੇ ਨਿੱਜਰ ਸਾਹਿਬ। ਬਿਲਕੁਲ, ਫਿਰ ਉਹੀ ਗੱਲ ਹੋਈ ਨਾ, ਕੱਚ ਔਰ ਸੱਚ ਵਾਲੀ ਗੱਲ ਫਿਰ ਹੋ ਗਈ। ਨਿੱਜਰ ਸਾਹਿਬ, ਜਦ ਤੱਕ ਉਹ ਕਹਿਣਗੇ ਨਹੀਂ ਅਸੀਂ ਪਾਵਰਫੁਲ ਆ, ਅਸੀਂ ਸ਼ਕਤੀ ਧਾਰੀ ਆ, ਉਹਨਾਂ 'ਚ ਜਨਤਾ ਫਿਰ ਪਿੱਛੇ ਨਹੀਂ ਨਾ ਲੱਗ ਸਕਦੀ। ਉਹਦਾ ਸ਼ੋਸ਼ਣ ਨਹੀਂ ਕਰ ਸਕਦੇ ਤੁਸੀਂ। ਤੇ ਫਿਰ ਅਗਲੇ ਵੇਲੇ ਦੇਖੋ ਨਿੱਜਰ ਸਾਹਿਬ, ਫਿਰ ਕਹਿੰਦੇ ਕਿ ਜੇ ਤੂੰ ਉਹ ਕੰਮ ਨਹੀਂ ਕਰਦਾ, ਤੇਰਾ ਚਿੱਤ ਕਿਤੇ ਉਧਰ ਉਧਰ ਭਟਕਦਾ ਫਿਰਦਾ, ਤੇ ਫਿਰ ਤੇਰਾ ਜੀਵਨ ਵਿਅਰਥ ਚਲਾ ਜਾਏਗਾ। ਬਿਲਕੁਲ ਵਿਅਰਥ ਚਲਾ ਜਾਏਗਾ। ਬਸ ਜੇ ਤੂੰ ਨਿਹਫਲ ਤਿਨਕਾ ਜੀਵਿਆ, ਜੇ ਖਸਮ ਨਾ ਜਾਣੇ ਆਪਣਾ, ਅਵਰੀ ਕੋ ਚਿੱਤ ਲਾਏ। ਨਹੀਂ ਤੇਰੇ ਅੰਦਰ ਉਹ ਮਾਲਕ ਪਰਮਾਤਮਾ ਖਸਮ ਤੂੰ ਜਾਣਦਾ ਉਹਨੂੰ ਨਹੀਂ, ਮਾਲਕ ਦੇ ਨਾਲ ਤੇਰਾ ਜਿਹੜਾ ਹੈਗਾ ਸੰਬੰਧ ਬਣਦਾ, ਤੇ ਭਾਈ ਫਿਰ ਤੇਰਾ ਜੀਵਨ ਵਿਅਰਥ ਹੋ ਜਾਣਾ। ਜਿਹੜਾ ਚਾਂਸ ਦਿੱਤਾ ਸੀਗਾ, ਇਹ ਕੰਮ ਮਨੁੱਖੀ ਸਰੀਰ 'ਚ ਹੋ ਸਕਦਾ ਹੈ। ਬਸ ਇਹਦੇ ਵਿੱਚ ਹੀ ਜਿਹੜਾ ਹੈਗੇ ਚਾਰੋਂ ਡਾਇਮੈਂਸ਼ਨ ਜਿਹੜੇ ਹੈਗੇ, ਆਪਣਾ ਸਪਿਰਚੁਅਲ ਜਿਹੜਾ ਅਧਿਆਤਮਿਕ ਡਾਇਮੈਂਸ਼ਨ ਵੀ ਇਹਦੇ ਵਿੱਚ ਜਾਗਰਤ ਰਹਿੰਦਾ ਹੈ। ਨਹੀਂ ਤਾਂ ਬਾਕੀ ਜੀ ਉਹਨਾਂ ਦੇ ਵਿੱਚ ਤਾਂ ਖਾਲੀ ਖਾਓ ਪੀਓ, ਭੋਗ ਵਿਲਾਸ ਦੁਨੀ, ਬਸ ਖਾ ਲਿਆ ਪੀ ਲਿਆ ਸੌਂ ਗਏ, ਬਸ ਇੰਨਾ ਕੀ ਹੈਗਾ। ਹੋਰ ਤਾਂ ਸਪਿਰਚੁਅਲ ਤਾਂ ਹੈ ਹੀ ਨਹੀਂ ਉਹਨਾਂ ਦੇ ਕੋਲ। ਹਾਂਜੀ ਵੀਰ ਜੀ। ਹਾਂ, ਉਹ ਜੋ ਵੀ ਕਹਿ ਰਹੇ ਨੇ, ਜਿਹੜੇ ਬੁੱਧੀ ਮੰਡਲ 'ਚ ਬੈਠੇ ਨੇ, ਉਹਨਾਂ ਨੂੰ ਸੁਣਨ ਦੇ ਨਾਲ ਜੀਵਨ 'ਚ ਉਚਾਈ ਨਹੀਂ ਆਵੇਗੀ। ਕਿਉਂਕਿ ਬੁੱਧੀ ਮੰਡਲ ਦਾ ਗਿਆਨ ਹੈ। ਬੁੱਧੀ ਮੰਡਲ ਦਾ ਗਿਆਨ ਤੁਹਾਨੂੰ ਪ੍ਰਭਾਵਿਤ ਕਰ ਸਕਦਾ ਹੈ, ਤੁਹਾਨੂੰ ਉੱਥੇ ਬਹਾ ਸਕਦਾ ਹੈ, ਪਰ ਉਹਦੇ ਵਿੱਚ ਦਮ ਨਹੀਂ ਹੈ ਕਿ ਤੁਹਾਡੇ ਅੰਤਰਾਕਰਨ ਦੀ ਪਿਆਸ ਨੂੰ ਬੁਝਾ ਸਕੇ। ਪਰ ਉੱਥੇ ਬਹੁਤ ਜ਼ਿਆਦਾ ਲੋਕ ਨੇ। ਜਦੋਂ ਜ਼ਿਆਦਾ ਲੋਕ ਕਿਸੇ ਦੁਕਾਨ ਤੇ ਵੜੇ ਹੋਣ ਨਾ, ਤੇ ਮੇਰੇ ਵਰਗਾ ਭੱਜ ਕੇ ਦੁਕਾਨ ਤੇ ਸੌਦਾ ਲੈਣ ਜਾਂਦਾ ਹੈ, ਕਿਉਂਕਿ ਮਨ ਦੇ ਵਿੱਚ ਇਹ ਵਹਿਮ ਬੈਠਾ ਕਿ ਜਿੱਥੇ ਜ਼ਿਆਦਾ ਭੀੜ ਹੈ, ਜਿੱਥੇ ਜ਼ਿਆਦਾ ਲੋਕ ਹੈ, ਉਹ ਦੁਕਾਨ ਦਾ ਸੌਦਾ ਵਧੀਆ। ਸੌਦਾ ਕੋਈ ਨਹੀਂ ਪਰਖਦਾ ਕਿੱਦਾਂ ਦਾ ਹੈ, ਬਸ ਭੇਡ ਚਾਲ, ਇੱਕ ਤੁਰਿਆ ਦੂਜੀ ਉਹਦੀ ਦੁਨੀਆ ਸਾਰੇ ਮਗਰ ਲੱਗ ਜਾਂਦੀ ਹੈ। ਇਹ ਸਾਡੀ ਇੱਕ ਆਦਤ ਬਣ ਚੁੱਕੀ ਹੈ। ਇਸੇ ਤਰ੍ਹਾਂ ਧਰਮ ਦੇ ਵਿੱਚ ਵੀ ਜ਼ਿਆਦਾਤਰ ਲੋਕ ਏਦਾਂ ਕਰਦੇ। ਠੀਕ ਹੈ, ਜਿੱਥੇ ਭੀੜ ਹੋਵੇ ਉੱਥੇ ਲੋਕ ਜਾਂਦੇ ਨੇ। ਉੱਥੇ ਨਹੀਂ ਵਿਚਾਰ ਕਰਦੇ ਕਿ ਜੀਵਨ ਦੇ ਵਿੱਚ ਕੀ ਹੈ, ਬਾਣੀ 'ਚ ਕੀ ਲਿਖਿਆ ਹੈ, ਗੁਰੂ ਕੀ ਸਮਝਾ ਕੇ ਗਏ ਨੇ, ਗ੍ਰੰਥ ਇੰਨੇ ਹੈਗੇ ਨੇ, ਉਹਦੇ ਤੇ ਕਿਤੇ ਵੀ ਧਿਆਨ ਨਹੀਂ ਦਿੰਦੇ। ਹਾਂਜੀ ਨਿਜਰ ਸਾਹਿਬ, ਅੱਗੇ ਚਲੀ। ਦੇਖਿਆ ਤੁਸੀਂ ਗੋਰਖੀ ਸਾਹਿਬ, ਬੰਬੇ ਜਾ ਕੇ ਦੇਖ ਲਓ, ਬੰਬੇ VT ਸਟੇਸ਼ਨ ਤੋਂ ਬਾਹਰ ਜਿਹੜਾ ਹੈਗਾ, ਉਹ ਜਿਹੜਾ ਹੈਗਾ ਵੇਚਣ ਵਾਲੇ ਜਿਹੜੇ ਹੁੰਦੇ, ਸੌਦਾ ਰੱਖਿਆ ਹੁੰਦਾ,
ਔਰ ਉਹਨਾਂ ਦੇ ਨਾ 20-25 ਬੰਦੇ ਉਹਨਾਂ ਦੇ ਆਪਣੇ ਹੁੰਦੇ ਆ, ਫਟਾਫਟ 100 ਦੇ ਨੋਟ ਕੱਢ ਕੇ ਲਈ ਜਾਂਦੇ ਔਰ ਸੌਦਾ ਫਟਾਫਟ ਲੈ ਕੇ ਦੂਜੇ ਨੂੰ ਚਾਂਸ ਨਹੀਂ ਦਿੰਦੇ। ਦੂਜੇ ਨੂੰ ਲੋਕੀ ਸਮਝਦੇ ਇਹ ਤਾਂ ਖਤਮ ਹੋ ਜਾਣਾ ਬਈ, ਬੜੀ ਜਲਦੀ ਦੇਣੀ, ਤੇ ਫਟਾਫਟ ਆਪਾਂ ਵੀ ਲੈ ਲਈਏ। ਔਰ ਹੁੰਦੇ ਉਹਨਾਂ ਦੇ ਹੀ ਇੰਨੀ ਭੀੜ ਆਪ ਹੀ ਲਾ ਕੇ ਰੱਖਦੇ ਆ। ਹਾਂ ਨਿਜਰ ਸਾਹਿਬ, ਇਹ ਕੀ ਕਰਦੇ ਆ, ਇਹ ਜਾਣਬੁੱਝ ਕੇ ਲੋਕਾਂ ਦੇ ਅੰਦਰ ਨਾ ਜਿਗਿਆਸਾ ਪੈਦਾ ਕਰਦੇ ਆ। ਹੁਣ ਇਹ ਰਾਧਾ ਸਵਾਮੀ ਵਾਲੇ ਪਤਾ ਕੀ ਕਰਦੇ ਆ, ਇਹ ਕੀ ਕਰਦੇ ਆ ਕਿ ਉੱਥੇ ਨਾ ਨਿਜਰ ਸਾਹਿਬ ਜਦੋਂ ਨਾਮ ਦਿੰਦੇ ਆ ਨਾ, ਉਹ ਉੱਥੇ ਬੰਦੇ ਵਾਵਾ ਇਕੱਠੇ ਹੁੰਦੇ ਆ, ਉਹਦੇ ਚ ਥੋੜੇ ਜਿਹੇ ਬੰਦਿਆਂ ਨੂੰ ਦਿੰਦੇ ਆ ਤੇ ਬਾਕੀਆਂ ਨੂੰ ਵਾਪਸ ਮੋੜ ਦਿੰਦੇ। ਹੁਣ ਜਿਹਨੂੰ ਮੋੜਿਆ ਹੋਵੇ ਉਹ ਟਿੱਕੇ ਕਿੱਥੇ ਪੈਣਾ, ਅਗਲੀ ਫੇਰ ਜਾਂਦਾ। ਇਸੇ ਤਰ੍ਹਾਂ ਵੇਖੋ ਇਹ ਕੀ ਕਰਦੇ ਆ ਕਿ ਡਿਮਾਂਡ ਵਧਾਉਂਦੇ ਆ। ਪਤਾ ਤੇ ਹੈ ਜਿਹੜਾ ਆ ਗਿਆ ਉਹ ਤੇ ਫਸ ਗਿਆ ਹੁਣ, ਪਰ ਉਹ ਥੋੜੇ ਜਿਹੇ ਬੰਦਿਆਂ ਨੂੰ ਦਿੰਦੇ, ਬਾਕੀਆਂ ਨੂੰ ਵਾਪਸ ਭੇਜ ਦਿੰਦੇ ਵੀ ਤੂੰ ਇਹ ਤਿਆਰ ਨਹੀਂ, ਤੂੰ ਤਿਆਰ ਨਹੀਂ ਹੈ। ਇਹ ਸੰਸਾਰ ਆ, ਪਰ ਨਾਮ ਕੋਈ ਏਦਾਂ ਦਾ ਨਹੀਂ ਹੈਗਾ ਕਿ ਤੂੰ ਤਿਆਰ ਨਹੀਂ, ਤੂੰ ਤਿਆਰ ਨਹੀਂ ਆ। ਬੰਦਾ ਪੁੱਛੇ ਜਿਹੜਾ ਬਿਮਾਰ ਹੈਗਾ ਉਹ ਸਾਰੇ ਤਿਆਰ ਨੇ, ਇਹ ਨਹੀਂ ਆ ਗੱਲਬਾਤ। ਪਰ ਉਹ ਇੱਕ ਤਰੀਕਾ ਹੈ, ਬਹੁਤ ਬੰਦਾ ਚਲਾਕ ਹੋ ਜਾਂਦਾ ਹੈ। ਬੰਦਾ ਇੰਨਾ ਚਲਾਕ ਹੋ ਜਾਂਦਾ ਹੈ ਨਾ, ਫਿਰ ਉਹਦਾ ਇਸਤੇਮਾਲ ਕਰਨਾ ਸਿੱਖ ਜਾਂਦਾ ਹੈ, ਕਿਉਂਕਿ ਬੁੱਧੀ ਮੰਡਲ ਦੇ ਵਿੱਚ ਸਾਰੇ ਨੁਕਤੇ ਹੁੰਦੇ ਨੇ, ਘੁੰਡੀਆਂ ਹੁੰਦੀਆਂ ਨੇ ਕਿ ਬੰਦੇ ਨੂੰ ਕਿੱਦਾਂ ਫਸਾਉਣਾ ਹੈ। ਫਿਰ ਇਹਨਾਂ ਨੇ ਬਾਰ-ਬਾਰ ਜਿਹੜੀਆਂ ਤੁਕਾਂ ਨਹੀਂ ਹੈਗੀਆਂ, ਗੁਰੂ ਤੋਂ ਬਿਨਾਂ ਨਹੀਂ ਕੰਮ ਹੋ ਸਕਦਾ, ਗੁਰੂ ਤੋਂ ਬਿਨਾਂ ਕੰਮ ਨਹੀਂ ਹੋ ਸਕਦਾ, ਗੁਰੂ ਬਿਨਾਂ, ਉਹ ਸਾਰੀਆਂ ਤੁਕਾਂ ਸੁਣਾਈ ਜਾਣ। ਇਹਨਾਂ ਦੀਆਂ ਕਿਤਾਬਾਂ ਪੜ੍ਹ ਕੇ ਵੇਖੋ, ਇਹਨਾਂ ਦੀਆਂ ਮੈਂ ਗੱਲਾਂ ਨਹੀਂ ਕਰਦਾ, ਬਹੁਤ ਸਾਰੇ ਹੈਗੇ ਨੇ, ਬਾਰ-ਬਾਰ ਇਹੋ ਹੀ ਲੈਣ, ਉਹੀ ਲੈਣ, ਉਹੀ ਲੈਣ। ਉਹ ਕਿਉਂ ਸੁਣਾਉਂਦੇ ਨੇ? ਕਿਉਂਕਿ ਬੰਦਾ ਪੜ੍ਹ ਕੇ ਇੱਕ ਸਮਾਂ ਆਉਂਦਾ ਹਿਪਨੋਟਾਈਜ਼ ਹੋ ਜਾਂਦਾ। ਐਡਵਰਟਾਈਜ਼ਮੈਂਟ ਵੇਖੀ ਹੈ ਤੁਸੀਂ ਟੀਵੀ ਤੇ ਇੱਕ ਹੀ ਮਸ਼ਹੂਰੀ ਬਾਰ-ਬਾਰ ਦੇਈ ਜਾਂਦੇ। ਕਿਉਂ ਦਿੰਦੇ ਆ? ਕਿਉਂਕਿ ਬ੍ਰੇਨ ਦੇ ਅੰਦਰ ਉਹ ਚੀਜ਼ ਵਾੜਦੇ ਪਏ ਬਾਰ-ਬਾਰ। ਇੱਕ ਸਮਾਂ ਆਉਂਦਾ ਜਿੱਥੇ ਦੁਕਾਨ ਤੇ ਜਾਂਦੇ ਹੋ ਤੁਸੀਂ, ਉਸੇ ਚੀਜ਼ ਦੀ ਡਿਮਾਂਡ ਕਰਦੇ। ਇਹ ਸੱਚ ਹੈਗਾ, ਇਹੋ ਹੀ ਫਾਰਮੂਲਾ ਇਹ ਲੋਕ ਵੀ ਯੂਜ਼ ਕਰਦੇ। ਸੋ ਇਹਦੇ ਕਰਕੇ ਕਿੰਨਾ ਗਿਆਨ, ਕਿੰਨਾ ਭਰਮ ਫੈਲਦਾ ਹੈ। ਮੈਂ ਵੈਸੇ ਤੁਹਾਨੂੰ ਇੱਕ ਵੀਡੀਓ ਪਾਊਂਗਾ, ਆਪ ਜਸਟ ਉਹ ਵੀਡੀਓ ਸੁਣਿਓ, ਮੈਂ ਭੁੱਲ ਗਿਆ ਪਾਉਣੀ। ਉਹਨਾਂ ਨੂੰ ਹਜ਼ਾਰਾਂ ਬੰਦੇ ਸੁਣ ਰਹੇ ਆ, ਉਹਨਾਂ ਦਾ ਗਿਆਨ ਦਾ ਲੈਵਲ ਵੇਖ ਲਓ ਤੁਸੀਂ, ਬਹੁਤ ਥੱਲੇ ਦਾ ਲੈਵਲ ਆ। ਤੇ ਉਹ ਕੀ ਕਰ ਰਹੇ ਨੇ? ਬਸ ਏਦਾਂ ਕੁਛ ਨਾ ਕੁਛ ਲੋਕਾਂ ਨੂੰ ਸਬਜ਼ ਬਾਗ ਵਿਖਾਉਂਦੇ ਨੇ, ਉਹ ਲੋਕ ਪ੍ਰਭਾਵਿਤ ਹੋ ਜਾਂਦੇ, ਲੋਕੀ ਪਿੱਛੇ ਤੁਰੇ ਜਾਂਦੇ। ਪਰ ਬਾਣੀ ਕਹਿੰਦੀ ਅੱਖਾਂ ਬੰਦ ਕਰਕੇ ਕੁਛ ਨਹੀਂ ਕਰਨਾ, ਭਗਤੀ ਵੀ ਨਹੀਂ ਅੱਖਾਂ ਬੰਦ ਕਰਕੇ ਜਪਣੀ ਕਰਨੀ, ਨਾ ਹੀ ਤੂੰ ਦਾਨ ਕਰਨਾ ਹੈ। ਗਿਆਨ ਤੋਂ ਬਿਨਾਂ ਕੋਈ ਕੰਮ ਨਹੀਂ ਕਰਨਾ, ਬਾਣੀ ਇਹ ਕਹਿੰਦੀ ਹੈ। ਪਰ ਇਹ ਤੁਹਾਨੂੰ ਇਹ ਕਹਿੰਦੇ ਕਿ ਤੁਸੀਂ ਸਾਡੇ ਤੇ ਵਿਸ਼ਵਾਸ ਕਰੋ, ਤੁਸੀਂ ਅੱਖਾਂ ਬੰਦ ਕਰ ਲਓ, ਅਸੀਂ ਜੋ ਕਵਾਂਗੇ ਬਿਲਕੁਲ ਤੁਹਾਡਾ ਭਲਾ ਹੈ। ਪਰ ਬਾਣੀ ਏਦਾਂ ਦੀ ਕੋਈ ਗੱਲ ਨਹੀਂ ਕਹਿੰਦੀ। ਬਾਣੀ ਕਹਿੰਦੀ ਆ ਤੂੰ ਪਰਖਣਾ ਹੈ, ਪਹਿਲਾਂ ਵਸਤੂ ਨੂੰ ਪਛਾਣਨਾ ਹੈ ਤੇ ਫਿਰ ਵਪਾਰ ਕਰਨਾ ਹੈ। ਐਵੇਂ ਤੂੰ ਮਿੱਟੀ ਖਰੀਦ ਕੇ ਨਾ ਲੈ ਆਵੇਂ, ਕਿਉਂਕਿ ਤੇਰੇ ਜੀਵਨ ਦਾ ਮਸਲਾ ਹੈ। ਰੋਂਗ ਡੀਲਿੰਗ ਨਹੀਂ ਕਰਨੀ। ਤੁਸੀਂ ਕੋਈ ਚੀਜ਼ ਬਾਜ਼ਾਰ ਲੈਣ ਗਏ, ਵੇਚਣ ਵਾਲਾ ਤਾਂ ਚਲਾਕ ਹੈ, ਖਰੀਦਣ ਵਾਲਾ ਸਮਾਰਟ ਹੋਣਾ ਚਾਹੀਦਾ ਹੈ। ਜਿਹੜੀ ਚੀਜ਼ ਤੂੰ ਖਰੀਦੇ ਆ, ਜਿਹੜੇ ਤੂੰ ਪੈਸੇ ਦਿੱਤੇ, ਸੱਚੀ ਉਹ ਚੀਜ਼ ਉਹਨੇ ਦੀ ਕੀਮਤ ਹੈਗੀ ਆ। ਹਾਂਜੀ ਨਿਜਰ ਸਾਹਿਬ, ਅੱਗੇ ਚੱਲੀਏ। ਹਾਂਜੀ ਵੀਰ ਜੀ। ਹਾਂ, ਨਿਹਫਲ ਤਿਨਕਾ ਜੀਵਿਆ, ਜੇ ਖਸਮ ਨਾ ਜਾਣੇ ਆਪਣਾ, ਅਵਰੀ ਕੋ ਚਿੱਤ ਲਾਏ। ਕਹਿੰਦੇ ਉਹਨਾਂ ਦਾ ਤਾਂ ਜੀਵਣਾ ਨਿਹਫਲ ਹੈਗਾ ਭਾਈ, ਜਿਨ੍ਹਾਂ ਨੇ ਉਹ ਮਾਲਕ ਪਰਮਾਤਮਾ ਨੂੰ, ਜਿਹੜਾ ਉਹਨਾਂ ਦਾ ਅਸਲੀ ਖਸਮ ਹੈਗਾ, ਜਿਹਨੇ ਪੈਦਾ ਕੀਤਾ ਹੈ, ਜੋ ਸੱਚ ਹੈਗਾ, ਨਹੀਂ ਜਾਣਿਆ, ਔਰ ਉਹਦੀ ਮਾਇਆ ਜਿਹੜੀ ਝੂਠ ਟਰੈਪ ਜਿਹੜਾ ਪਾਇਆ ਹੈ ਮਾਲਕ ਨੇ, ਉਹਦੇ ਨਾਲ ਚਿੱਤ ਲਗਾ ਲਿਆ। ਤੇ ਫਿਰ ਕੀ ਹੁੰਦਾ ਹੈ? ਨਾਨਕ ਏਵ ਨਾ ਜਾਪਈ, ਕਰਤਾ ਕੀਤੀ ਦੇ ਸਜਾਏ। ਉਹ ਰੱਬ ਹੀ ਨਹੀਂ ਸਮਝਦੇ ਪਾਏ ਕਿ ਇਸ ਤੋਂ ਬਾਅਦ ਕਿੰਨਾ ਕੁ ਸਮਾਂ ਲੱਗ ਜਾਣਾ ਹੈ, ਔਰ ਕਿੰਨੀਆਂ ਕੁ ਜੂਨਾਂ ਦੇ ਵਿੱਚ ਜਿਹੜਾ ਹੈਗਾ ਕਿੰਨੀ ਕੁ ਤਕਲੀਫ ਉਠਾਉਣੀ ਆ। ਇਹਦੇ ਬਾਰੇ ਉਹਨੂੰ, ਇਨਸਾਨ ਨੂੰ ਨਹੀਂ ਪਤਾ ਹੁੰਦਾ, ਜਿਹੜਾ ਸਵਾਦ ਚੱਖਦਾ ਹੈ ਖਾਲੀ ਮਾਇਆ ਦੇ ਵਿੱਚ, ਇਹ ਭੋਗਾਂ ਦੇ ਵਿੱਚ ਆਪਣਾ ਜੀਵਨ ਗੁਜ਼ਾਰਦਾ ਹੈ। ਇਹ ਪਤਾ ਨਹੀਂ ਹੁੰਦਾ ਉਹਨੂੰ ਵੀ ਇਸ ਤੋਂ ਇਹਦਾ ਮੁੱਲ ਕਿੰਨਾ ਕੁ ਹੈਗਾ ਭਾਈ, ਇਹਦਾ ਮੁੱਲ ਕਿੰਨਾ ਕੁ ਚੁਕਾਉਣਾ ਪੈਣਾ ਮੈਨੂੰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕੋਈ ਮਹਿੰਗੀ ਚੀਜ਼ ਹੈ, ਤੁਸੀਂ ਉਹਦੇ ਬਦਲੇ ਆਲੂ ਗੰਢੇ ਖਰੀਦ ਲੋਗੇ ਤੇ ਫਿਰ ਉਹ ਜਿਹੜਾ ਨੁਕਸਾਨ ਹੋਵੇਗਾ ਕਿਹਦਾ ਹੋਵੇਗਾ? ਸਾਡਾ ਹੋਵੇਗਾ। ਬਿਲਕੁਲ। ਇਸ ਲਈ ਬਾਣੀ ਕਹਿੰਦੀ ਹੈ ਕਿ ਤੇਰੀ ਕੀਮਤੀ ਚੀਜ਼ ਹੈ, ਤੇਰੇ ਕੋਲ ਆਤਮਾ ਹੈਗੀ ਹੈ, ਤੂੰ ਉਹਨੂੰ ਛੱਡ ਕੇ ਇੱਧਰ ਉੱਧਰ ਨਾ ਬਿਜ਼ਨਸ ਕਰ, ਕਿਉਂਕਿ ਜਿਹੜਾ ਤੇਰਾ ਮਨ ਹੈ ਇਹਦੇ ਬਦਲੇ ਤੈਨੂੰ ਪਰਮਾਤਮਾ ਮਿਲਣਾ ਹੈ।
ਤੇ ਮਨ ਤੇ ਤੂੰ ਭੋਗਾਂ ਦੇ ਵਿੱਚ ਵੇਚੀ ਜਾ ਰਿਹਾ ਤੇ ਉਹ ਫਿਰ ਤੈਨੂੰ ਕੋਈ ਸੁੱਖ ਨਹੀਂ ਪ੍ਰਾਪਤ ਹੋਣਾ, ਕਿਉਂਕਿ ਮਹਿੰਗੀ ਚੀਜ਼ ਤੇਰੇ ਕੋਲ ਹੈਗੀ ਹੋਣਾ, ਕਿਉਂਕਿ ਤੇਰੇ ਕੋਲ ਮਨੁੱਖਾ ਸਰੀਰ ਹੈ। ਬਿਲਕੁਲ ਇਹਦੇ ਵਿੱਚ ਤੂੰ ਕੁਛ ਵੀ ਕਰ ਸਕਦਾ ਔਰ ਇਹ ਤੇਰੀ ਮਰਜ਼ੀ ਹੈ। ਭਾਵੇਂ ਕੋਠੇ ਲੈ ਲਾ, ਇੱਥੇ ਕਾਰਾਂ ਲੈ ਲਾ ਤੇ ਭਾਵੇਂ 10-20 ਕਰੋੜ ਬੈਂਕ 'ਚ ਜਮਾ ਕਰਾ ਕੇ ਬਹਿ ਜਾ, ਪਰ ਉਹ ਕਹਿੰਦੇ ਘਾਟੇ ਦਾ ਸੌਦਾ ਨਹੀਂ ਕਰਨਾ। ਇਹਦੇ ਬਦਲੇ ਤੈਨੂੰ ਪ੍ਰਮਾਤਮਾ ਮਿਲਣਾ। ਤੂੰ ਪ੍ਰਮਾਤਮਾ ਨਾਲ ਕੰਪੇਅਰ ਕਰਕੇ ਵੇਖ, ਇਹ ਚੀਜ਼ਾਂ ਸਾਰੀਆਂ ਤੁੱਛ ਹੈਗੀਆਂ ਨੇ। ਕਬੀਰ ਸਾਹਿਬ ਨੂੰ ਵੀ ਦਿਖਦਾ ਪਿਆ, ਪਰ ਕਬੀਰ ਸਾਹਿਬ ਕਿਉਂ ਨਹੀਂ ਲੈਂਦੇ ਉਹ ਸਮਾਨ? ਕਬੀਰ ਸਾਹਿਬ ਜੀ ਮਾੜਾ ਜਿਹਾ ਕਹਿ ਦੇਣਾ ਕਿ ਮੈਨੂੰ ਇੱਥੇ ਲਿਆਓ ਪੈਸੇ ਦਿਓ, ਇੱਥੇ ਮੰਦਿਰ ਬਣਾਈਏ ਤੇ ਆ ਫਲਾਣਾ ਕੰਮ ਕਰੀਏ ਆਪਾਂ, ਤੇ ਪੈਸੇ ਆ ਜਾਣੇ ਸੀ। ਪਰ ਕਬੀਰ ਸਾਹਿਬ ਏਦਾਂ ਨਹੀਂ ਕਰ ਰਹੇ। ਕਬੀਰ ਸਾਹਿਬ ਤੇ ਆਪਣੀ ਕਮਾਈ ਚੋਂ ਪੈਸਾ ਦਾਨ ਕਰ ਰਹੇ ਨੇ। ਆਪ ਜਸਟ ਸੋਚੋ, ਕਰਨ ਨੂੰ ਉਹ ਨਹੀਂ ਕਰ ਸਕਦੇ, ਉਹਨਾਂ ਕੋਲ ਬਥੇਰੀ ਸੰਗਤ ਆਉਂਦੀ ਹੈ, ਪਰ ਨਹੀਂ, ਉਹ ਇੱਕ ਹੋਰ ਲੈਵਲ ਦਾ ਜੀਵਨ ਬਤੀਤ ਕਰ ਰਹੇ ਨੇ। ਤੇ ਇਸ ਕਰਕੇ ਸਾਨੂੰ ਵੀ ਸਮਝਾ ਕੇ ਗਏ ਨੇ ਕਿ ਥੋੜਾ ਬਹੁਤਾ ਜੇ ਤੈਨੂੰ ਕਸ਼ਟ ਵੀ ਆਉਂਦਾ ਹੈ, ਤੇਰੇ ਘਰ ਦੇ ਰੌਲਾ ਵੀ ਪਾਉਣਗੇ ਕਿ ਉਹ ਵੇਖ ਦੂਜੇ ਅੰਕਲ ਕਿੰਨੀ ਠੱਗੀ ਮਾਰਦੇ ਆ ਤੇ ਕਿੰਨਾ ਪੈਸਾ ਇਕੱਠਾ ਕਰਨ ਦੇ, ਪਾਪਾ ਤੁਸੀਂ ਕਿਉਂ ਨਹੀਂ ਏਦਾਂ ਕਰਨ ਦੇ? ਤੇ ਉਦੋਂ ਥੋੜਾ ਜਿਹਾ ਸੰਜਮ ਰੱਖਣਾ ਹੈ। ਠੀਕ ਹੈ ਜੀ, ਕਬੀਰ ਸਾਹਿਬ ਦਾ ਜੀਵਨ ਵੇਖ ਕੇ ਅੱਗੇ ਚਲੀ ਨਜਰ ਸਾਹਿਬ। ਅੱਗੇ ਫਿਰ ਸ਼ਲੋਕ ਆ ਗਿਆ ਤੀਸਰੀ ਪਾਤਸ਼ਾਹੀ ਦਾ। ਉਹ ਮਹਾਰਾਜ ਦੱਸ ਰਹੇ ਆ ਭਾਈ ਕਿ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਹਮੇਸ਼ਾ ਹੈਗਾ, ਪਰ ਦਿਸਦਾ ਨਹੀਂ ਹੈ, ਗੁਪਤ ਹੈਗਾ। ਤੇ ਭਾਈ ਉਹਨੂੰ ਯਾਦ ਕਰਨ ਦੇ ਨਾਲ, ਉਹਦਾ ਨਾਮ ਧਿਆਉਣ ਦੇ ਨਾਲ, ਉਹਨੂੰ ਸਮਰਨ ਕਰਨ ਦੇ ਨਾਲ ਕਹਿੰਦੇ ਉਹ ਮਾਲਕ ਪਰਮਾਤਮਾ ਦੇ ਨਾਲ ਪਿਆਰ ਪੈਦਾ ਹੋ ਜਾਏਗਾ। ਮਹਲਾ ਤੀਜਾ, ਸੱਚਾ ਨਾਮ ਧਿਆਈਏ ਸਭੋ ਵਰਤੇ ਸੱਚ। ਆ ਬ੍ਰਹਮ ਗਿਆਨੀ ਨੁਕਤਾ ਦੇ ਰਹੇ ਆਪਾਂ ਨੂੰ ਭਾਈ, ਭਗਤੀ ਇਹਨੂੰ ਆ ਕਹਿ ਰਹੇ ਭਾਈ ਵੀ ਮਾਲਕ ਨੂੰ ਉਹ ਸੱਚ ਹੈਗਾ, ਵਰਤ ਰਿਹਾ ਹੈ ਸੱਚ, ਸਾਰੀ ਜਗ੍ਹਾ ਤੇ, ਹਰ ਜਗ੍ਹਾ ਤੇ ਸੱਚ ਹੈਗਾ ਮਾਲਕ ਪਰਮਾਤਮਾ। ਤੇ ਉਹਦਾ ਧਿਆਨ ਕਰ ਤੇ ਤੈਨੂੰ ਜਿਹੜਾ ਹੈਗਾ ਸੱਚ ਦੇ ਬਾਰੇ ਪਤਾ ਲੱਗੇਗਾ ਔਰ ਤੂੰ ਵੀ ਜਿਹੜਾ ਹੈਗਾ ਸੱਚ ਦੇ ਵੱਲ ਤੁਰ ਪਏਗਾ, ਸੱਚ ਦੇ ਨਾਲ ਪਿਆਰ ਪੈਦਾ ਹੋ ਜਾਏਗਾ ਤੈਨੂੰ। ਆਹੀ ਮਾਲਕ ਪਰਮਾਤਮਾ ਨੇ ਦੁਨੀਆ ਬਣਾਈ ਆ, ਆਹੀ ਹੈਗਾ ਉਹਦਾ ਮਾਲਕ ਪਰਮਾਤਮਾ ਦਾ ਹੁਕਮ। ਬਈ ਇਹਦੇ ਵਿੱਚ ਸੱਚ ਨੂੰ ਜਿਹੜਾ ਹੈਗਾ ਛੁਪਾ ਕੇ ਰੱਖਿਆ ਗਿਆ ਹੈ ਤੇ ਸੱਚ ਨੂੰ ਲੱਭਣਾ ਹੈਗਾ ਤੂੰ। ਬਸ ਕਹਿੰਦੇ ਸੱਚ ਨੂੰ ਲੱਭਣਾ ਹੈਗਾ ਤੇ ਭਾਈ ਤੂੰ ਜਿਹੜਾ ਹੈਗਾ ਜਿਹੜਾ ਕੱਚ ਜਿਹੜਾ ਹੈਗਾ, ਜਿਹੜਾ ਚੋਗਾ ਹੈਗਾ, ਇਹਦੇ ਨਾਲ ਜਿਹੜਾ ਹੈਗਾ ਤੇਰੇ ਵਿਚਾਰ, ਤੇਰੀ ਬੁੱਧੀ, ਤੇਰਾ ਮਨ ਜਿਹੜਾ ਇਹਦੇ ਵਿੱਚ ਖੁੱਭਿਆ ਪਿਆ, ਖਿੰਡਿਆ ਪਿਆ ਹੈ ਇਹਨਾਂ ਦੇ ਨਾਲ, ਤੇ ਉਹ ਸੱਚ ਨੂੰ ਨਹੀਂ ਲੱਭ ਸਕਦਾ। ਇਸ ਕਰਕੇ ਪਹਿਲਾਂ ਤਾਂ ਆਪਣੇ ਮਨ ਨੂੰ ਸੰਕੋਚ, ਆਪਣੇ ਵਿਚਾਰਾਂ ਨੂੰ ਸੰਕੋਚ, ਤੇ ਆਪਣੇ ਵਿਚਾਰਾਂ ਨੂੰ ਸੰਕੋਚੇਗਾ ਤੇ ਮਨ ਜਿਹੜਾ ਹੈਗਾ ਤੇਰਾ ਜਿਹੜਾ ਹੈਗਾ ਵਿਵੇਕ ਬੁੱਧੀ ਪੈਦਾ ਹੋ ਜਾਏਗੀ। ਉਹਦੇ ਨਾਲ ਜਿਹੜਾ ਹੈਗਾ ਤੈਨੂੰ ਸੱਚ ਦਾ ਪਤਾ ਲੱਗ ਜਾਏਗਾ। ਸੱਚਾ ਨਾਮ ਧਿਆਈਏ ਸਭੋ ਵਰਤੇ ਸੱਚ, ਨਾਨਕ ਹੁਕਮ ਬੁੱਝ ਪ੍ਰਵਾਨ ਹੋਏ ਤਾਂ ਫਲ ਪਾਵੇ ਸੱਚ। ਕਹਿੰਦੇ ਹੁਕਮ ਨੂੰ ਬੁੱਝ ਲਾ, ਆਹੀ ਹੁਕਮ ਹੈ ਭਾਈ। ਆਪਣੇ ਵਿਚਾਰ ਜਿਹੜੇ ਹੈਗੇ ਇਕੱਠੇ ਕਰ ਲਾ, ਆਪਣਾ ਜਿਹੜਾ ਹੈਗਾ ਧਿਆਨ, ਇਹ ਖਿੰਡਿਆ ਹੋਇਆ ਜਿਹੜਾ ਹੈਗਾ, ਇਹ ਮਨ ਸਕੈਟਰਡ ਹੈਗਾ, ਤੇ ਇਹਨੂੰ ਫੋਕਸ ਕਰ ਲਾ। ਨਾਨਕ ਹੁਕਮ ਬੁੱਝ, ਆਹੀ ਹੁਕਮ ਹੈਗਾ ਤੇ ਪ੍ਰਵਾਨ ਹੋ ਜਾਏਗਾ। ਤਾਂ ਫਲ ਪਾਵੈ ਸੱਚ, ਤਾਂ ਸੱਚਾ ਫਲ ਪ੍ਰਾਪਤ ਕਰ ਲੇਗਾ। ਸੱਚ ਤੈਨੂੰ ਬੁੱਝ ਜਾਏਗਾ, ਸੱਚ ਦੇ ਨਾਲ ਤੈਨੂੰ ਜੀਣਾ ਆ ਜਾਏਗਾ, ਆਤਮਾ ਦੇ ਨਾਲ। ਬਾਕੀ ਕਥਨੀ ਬਦਨੀ ਕਰਤਾ ਫਿਰੈ, ਹੁਕਮੈ ਮੂਲ ਨਾ ਬੁੱਝਈ, ਅੰਧਾ ਕੱਚ ਨਿਕਚ। ਇਨਸਾਨ ਕੀ ਕਰਦਾ ਹੈ, ਕੱਲਾ ਗਿਆਨ ਲੈ ਲਿਆ, ਕਥ ਲਿਆ ਤੇ ਮੂੰਹ ਦੇ ਨਾਲ ਬਸ ਬਹਿਸ ਮੁਬਾਸਾ ਕਰ ਲਿਆ। ਕਥਨੀ ਬਦਨੀ ਕਰਤਾ ਫਿਰੈ, ਹੁਕਮੈ ਮੂਲ ਨਾ ਬੁੱਝਈ। ਹੁਕਮ ਮੂਲ ਬੁੱਝਦਾ ਨਹੀਂ ਹੈ, ਵਿਚਾਰ ਬੰਦ ਕਰਦਾ ਨਹੀਂ ਹੈ, ਧਿਆਨ ਸਿਮਰਨ ਕਰਦਾ ਨਹੀਂ ਹੈ। ਤੇ ਕਹਿੰਦੇ ਅੰਧਾ ਕੱਚ ਨਿਕਚ, ਕਹਿੰਦੇ ਅੰਨਾ ਕੱਚ ਤੋਂ ਕੱਚ, ਬਿਲਕੁਲ ਕੱਚਾ ਹੀ ਰਹਿ ਜਾਂਦਾ ਹੈ ਔਰ ਉਮਰ ਚਲੇ ਜਾਂਦੀ ਹੈ ਔਰ ਜੀਵਨ ਜਿਹੜਾ ਚਾਂਸ ਮਿਲਿਆ, ਇੱਕ ਬਾਰੀ ਜਿਹੜੀ ਹੈਗੀ ਇਹ ਕੌਡੀਆਂ ਦੇ ਭਾਅ ਜੂਏ 'ਚ ਖਾਰ ਜਾਂਦਾ ਹੈ। ਹਾਂਜੀ ਵੀਰ ਜੀ। ਹਾਂਜੀ ਦੇਖੋ ਸਾਧ ਸੰਗਤ ਜੀ, ਉੱਪਰ ਲਿਖਿਆ ਹੈ ਇਹਦੇ ਸੱਚਾ ਨਾਮ ਧਿਆਈਏ ਸਭੋ ਵਰਤੇ ਸੱਚ। ਹਾਂ, ਔਰ ਵਰਤਦਾ ਦਾ ਮਤਲਬ ਹੈ ਕਿ ਵਰਤਨ ਦਿਆ ਸੱਚ, ਤੇ ਫਿਰ ਉਹਦਾ ਨਾਮ ਧਿਆਈਏ ਸੱਚਾ। ਤੇ ਸੱਚ ਵਰਤਨ ਦਾ
ਮਤਲਬ ਹੁੰਦਾ ਕਿ ਆਪਾਂ ਜਿੱਦਾਂ ਲੰਗਰ ਨਹੀਂ ਵਰਤਾਉਂਦੇ, ਹਾਂ ਇਸੇ ਤਰ੍ਹਾਂ ਸੱਚ ਵੀ ਵਰਤਦੇ ਆ, ਪਰ ਸੱਚ ਨੂੰ ਖਰੀਦਣਾ ਬੜਾ ਔਖਾ ਹੈ। ਮੂੰਹ ਨਹੀਂ ਕਰਦਾ ਉਧਰ ਬਈ, ਉਹਨੂੰ ਖਰੀਦਣਾ ਪੈਣਾ ਨਿੱਜਰ ਸਾਹਿਬ। ਬਿਲਕੁਲ ਤੇ ਗੱਲ ਨਹੀਂ ਜੀ ਬਣਨੀ, ਬਿਲਕੁਲ ਖਰੀਦਣਾ ਪੈਣਾ। ਉਹ ਜੇ ਵਰਤਦਾ ਪਿਆ ਤੇ ਹੁਣ ਹੱਥ ਕਰਾਂਗੇ ਤੇ ਤਾਂ ਹੀ ਮਿਲਣਾ। ਹੁਣ ਮੇਰੇ ਅੱਗੇ ਘਰੇ ਬੈਠਾ ਹੋਵੇ ਵਰਤਾਵਾ ਤੇ ਵਰਤਾਉਂਦੇ ਆ, ਪਰ ਜੇ ਮੈਂ ਲੈਣ ਹੀ ਨਹੀਂ ਗਿਆ ਤੇ ਫਿਰ ਹੁਣ ਜੇ ਮੈਂ ਝੂਠ ਖਰੀਦਣੇ ਆ, ਮਿਲਾਵਟ ਖਰੀਦਣੇ ਆ, ਫਿਰ ਮੈਂ ਸੱਚ ਥੋੜੀ ਖਰੀਦਣੇ ਆ। ਸੱਚ ਆਉਣਾ ਹੀ ਨਹੀਂ ਗੋਰਖੀ ਸਾਹਿਬ। ਭਾਂਡਾ ਤਾਂ ਜਿਹੜਾ ਕੱਚ ਦੇ ਨਾਲ, ਝੂਠ ਦੇ ਨਾਲ, ਮਿਲਾਵਟ ਦੇ ਨਾਲ ਉੱਪਰ ਤਾਂ ਹੀ ਤੁੰਨਿਆ ਪਿਆ ਹੈ। ਸੱਚ ਕਿਹੜੀ ਜਗ੍ਹਾ ਤੇ ਫਸੂਗਾ ਉੱਥੇ? ਹਾਂ, ਸੱਚ ਤੇ ਇਹ ਹੈ ਕਿ ਤੁਹਾਨੂੰ ਉੱਥੇ ਕੁਝ ਕੱਢਣਾ ਪੈਣਾ ਤੇ ਤਾਂ ਹੀ ਉੱਥੇ ਚੰਗੀ ਚੀਜ਼ ਲੱਗਣੀ। ਹਾਂ, ਇਹ ਫੈਸਲਾ ਸਾਡਾ ਹੈ, ਇਹ ਜੀਵ ਦਾ ਫੈਸਲਾ ਜੀ। ਉਹ ਕਹਿੰਦੇ ਨਾ ਬਹੁਤ ਜਨਮ ਵਿਛੜੇ ਤੇ ਮਾਧੋ ਇਹ ਜਨਮ ਤੁਹਾਰੇ ਲੇਖੇ। ਮਤਲਬ ਤੇ ਇਹੋ ਹੀ ਹੈ ਕਿ ਹੁਣ ਮੈਂ ਕੀ ਸੱਚ ਦਾ ਹੀ ਬਿਜ਼ਨਸ ਕਰਨਾ ਵਾ। ਹਾਂ, ਬਹੁਤ ਵਧੀਆ, ਬਿਲਕੁਲ ਸਹੀ ਗੱਲ ਹੈ। ਮੈਂ ਨਹੀਂ ਉਹ ਝੂਠ ਖਰੀਦਣਾ, ਕਿਉਂਕਿ ਪਹਿਲਾਂ ਵੀ ਬੜੀ ਵਾਰੀ ਮੈਂ ਖਰੀਦ ਲਿਆ ਤੇ ਮੈਂ ਖਰੀਦ ਕੇ ਦੁੱਖ ਹੀ ਪਾਇਆ ਵਾ। ਮੈਂ ਤਾਂ ਫਿਰ ਪਿੱਛੇ ਚੱਲ ਜਾਂਦਾ ਵਾ। ਐਰ ਕੀਤੀ ਮੈਂ ਸੱਚ ਹੀ ਖਰੀਦਣਾ ਹੈ, ਮੈਨੂੰ ਹੋਰ ਕੁਝ ਨਹੀਂ ਜੋ ਚਾਹੀਦਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਸੀ ਨਾ ਕਿ ਮੈਂ ਸੱਚਾ ਸੌਦਾ ਕੀਤਾ ਹੈ, ਕਿਉਂਕਿ ਸੱਚ ਵਿਕਣਦਿਆ ਸੀ, ਉਹਨਾਂ ਖਰੀਦ ਲਿਆ। ਬਸ ਬਸ ਬਸ। ਤੇ ਗੁਰੂ ਨਾਨਕ ਪਾਤਸ਼ਾਹ ਦੇ ਪਿਤਾ ਜੀ ਗੁੱਸਾ ਆ ਗਿਆ ਉਹਨਾਂ ਨੂੰ, ਕਹਿੰਦੇ ਕਿ ਤੂੰ ਕਿਹੜਾ ਸੱਚ ਖਰੀਦਿਆ, ਇਹ ਕਿਹੜਾ ਤਰੀਕਾ ਸੱਚ ਖਰੀਦਣ ਦਾ, ਤੇ ਸੱਚਾ ਸੌਦਾ ਕਰਨਾ ਹੈ। ਉਹ ਕਹਿੰਦੀ ਇਹ ਤੇ ਸੱਚਾ ਸੌਦਾ ਹੈ, ਇੱਥੇ ਸੱਚ ਮਿਲਦਾ ਪਿਆ ਸੀ। ਉੱਥੇ ਲੋੜਵੰਦ ਦਿਖਿਆ ਮੈਨੂੰ, ਉਹਨਾਂ ਨੂੰ ਲੋੜ ਸੀ। ਤੇ ਹੋ ਸਕਦਾ ਕਿਸੇ ਮੰਡਲੀ ਦੇ ਨਾਲ ਉਹਨਾਂ ਦਾ ਸੰਪਰਕ ਹੋਇਆ ਹੋਵੇ, ਜਾਂ ਕਿਸੇ ਆਸ਼ਰਮ 'ਚ ਗਏ ਹੋਣ ਜਿੱਥੇ ਉਹ ਸਾਧੂ ਭੁੱਖੇ ਬੈਠੇ ਹੋਣ, ਖਾਣ ਲਈ ਰਾਸ਼ਨ ਨਾ ਹੋਵੇ। ਉਹਨਾਂ ਨੇ ਕਿਹਾ ਤਾਂ ਕਿ ਆਪਣੇ ਭੰਡਾਰੇ ਭਰ ਲਓ। ਇਹੋ ਹੀ ਆ ਸੱਚ ਦਾ ਮਤਲਬ, ਤੇ ਇਹੋ ਹੀ ਆ ਕਿ ਜਿਹੜਾ ਤੁਹਾਨੂੰ ਸਾਹਮਣੇ ਦਿਖਦਾ ਪਿਆ। ਗੁਰੂ ਨਾਨਕ ਪਾਤਸ਼ਾਹ ਨੇ ਕਿਤੇ ਦਾਨ ਦੂਣ ਥੋੜੀ ਕੀਤਾ ਕਿ ਉੱਥੇ ਆਪੇ ਸੇਵਾ ਕਰੋ। ਗੁਰੂ ਨਾਨਕ ਪਾਤਸ਼ਾਹ ਖੁਦ ਪ੍ਰੈਕਟੀਕਲ ਨੇ, ਆਪਣੇ ਹੱਥੀਂ ਕਰਤਾ ਕਾਰਜ। ਇਸੇ ਕਰਕੇ ਤੁਸੀਂ ਵੀ ਖੁਦ ਕਰਿਆ ਕਰੋ ਜੀਵਨ 'ਚ ਜੋ ਕਰਨਾ ਹੈ। ਕਿਉਂਕਿ ਜਦੋਂ ਮੈਂ ਖੁਦ ਕਰਦਾ ਤੇ ਮੈਂ ਇਕੱਲੇ ਪੈਸੇ ਨਹੀਂ ਦੇਣ ਦਿਆ, ਮੈਂ ਉੱਥੇ ਇਨਵੋਲਵ ਵੀ ਹੋ ਗਿਆ। ਥੋੜਾ ਮਿਹਨਤ ਦਾ ਕੰਮ ਹੈ, ਪੈਸਾ ਦੇਣਾ ਤੇ ਬਹੁਤ ਆਸਾਨ ਹੈ, ਪਰ ਸਹੀ ਤਰੀਕੇ ਨਾਲ ਉਹਦੀ ਵਰਤੋਂ ਕਰਕੇ ਕਿਸੇ ਦਾ ਹੈਲਪ ਕਰ ਦੇਣੀ, ਇਹ ਵੀ ਸੱਚ ਖਰੀਦਣਾ ਹੈ। ਹੁਣ ਸਾਹਮਣੇ ਕੋਈ ਬੰਦਾ ਆ ਗਿਆ, ਲੋੜਵੰਦ ਆ ਗਿਆ, ਨਾਰਮਲੀ ਆਪਾਂ ਪਤਾ ਕੀ ਸੋਚਦੇ ਆ ਕਿ ਆਪਾਂ ਉਹਦੀ ਮਦਦ ਕੀਤੀ। ਅਸਲ ਦੇ ਵਿੱਚ ਆਪਾਂ ਉਹਦੀ ਮਦਦ ਨਹੀਂ ਕੀਤੀ, ਉਹਨੇ ਸਾਡੀ ਮਦਦ ਕੀਤੀ ਜੇ। ਉਹਨੇ ਨਿੱਜਰ ਸਾਹਿਬ ਸਾਨੂੰ ਚਾਂਸ ਦਿੱਤਾ ਹੈ ਕਿ ਲੈ ਬਈ ਇਹ ਪੁੰਨ ਖਰੀਦ ਲੈ। ਤੂੰ ਕੀ ਖਰੀਦੀ ਫਿਰਦਾ ਹੈ, ਇਹ ਛੱਡ ਦੇ ਤੇ ਆਹ ਲੈ ਲਾ। ਇਹ ਛੋਟਾ ਜਿਹਾ ਕੰਮ ਹੈਗਾ ਹੀ, ਜੇ ਵੇਖ ਲੈ ਤੈਨੂੰ ਤੇਰੇ ਕੋ ਆ ਗਿਆ, ਤੈਨੂੰ ਮੈਂ ਮੌਕਾ ਦੇ ਦਿੱਤਾ। ਹੁਣ ਉਹ ਜਿਹੜਾ ਕਾਰਜ ਕਰਨਾ ਹੈ ਉਹ ਸੱਚ ਨੂੰ ਖਰੀਦਣਾ ਹੈ, ਪਰ ਜ਼ਿਆਦਾਤਰ ਆਪਾਂ ਉਹ ਨਹੀਂ ਖਰੀਦਦੇ, ਆਪਾਂ ਉਹਨੂੰ ਛੱਡ ਦਿੰਦੇ ਆ। ਆਪਾਂ ਕਿਸੇ ਹੋਰ ਕਿਸਮ ਦਾ ਸੱਚ ਖਰੀਦਦੇ ਆ। ਉਹ ਖਰੀਦਦੇ ਆ ਜਿਹੜਾ ਸੰਸਾਰ ਸਾਨੂੰ ਦੱਸਦਾ ਹੈ, ਸਾਡੇ ਗੱਲ 'ਚ ਹਾਰ ਪਾ ਦਿੰਦਾ, ਸਟੇਜ ਤੇ ਸੱਦ ਕੇ ਬੁਲਾ ਕੇ ਕਹਿੰਦਾ ਇਹ ਬੰਦਾ ਬਹੁਤ ਦਾਨੀ ਹੈ, ਇਹਨੇ ਫਲਾਣਾ ਤੇ ਢਿਮਕਾ ਕੰਮ ਕੀਤਾ। ਪਰ ਜਿੱਥੇ ਇੱਕ ਜਿੰਦਾ ਬੰਦਾ ਹੈ, ਉਹ ਜਿਹਨੂੰ ਲੋੜ ਸੀ, ਉੱਥੇ ਆਪਾਂ ਨਹੀਂ ਕੀਤਾ, ਆਪਾਂ ਕੁਝ ਹੋਰ ਕਰ ਲਿਆ। ਇਹ ਪ੍ਰੋਬਲਮ ਹੈ। ਹੁਣ ਇੱਥੇ ਵੇਖੋ, ਉਹ ਕਹਿੰਦੇ ਆ ਕਿ ਸੱਚ ਵਰਤਦਾ ਹੈ ਤੇ ਉਹਨੂੰ ਖਰੀਦੋ। ਇਹ ਕਹਿੰਦੇ ਨਾਨਕ ਹੁਕਮ ਬੁੱਝ ਪ੍ਰਵਾਨ ਹੋਏ ਤਾਂ ਫਲ ਪਾਵੇ ਸੱਚ। ਹੁਕਮ ਨੂੰ ਬੁੱਝ ਲਾ ਭਾਈ, ਕਿਵੇਂ ਖਰੀਦਣਾ ਹੈ ਸੱਚ, ਤਾਂ ਪ੍ਰਵਾਨ ਹੋ ਜਾਏਗਾ, ਤਾਂ ਤੂੰ ਪ੍ਰਵਾਨ ਹੋਵੇਂਗਾ। ਦੇਖੋ ਪ੍ਰਮਾਤਮਾ ਤੋਂ ਇਲਾਵਾ ਇੱਥੇ ਧਰਤੀ ਤੇ ਕੁਝ ਹੈਗਾ ਨਾ। ਆਪ ਕੁਝ ਕਰਦੇ ਜੋ ਤੇ ਪ੍ਰਮਾਤਮਾ ਤੋਂ ਓਹਲੇ। ਪਰ ਆਪਾਂ ਨੇ ਕੀ ਸੋਚਿਆ ਹੈ ਕਿ ਪ੍ਰਮਾਤਮਾ ਕੇਵਲ ਗੁਰਦੁਆਰਿਆਂ ਦੇ ਅੰਦਰ ਹੈ, ਉੱਥੇ ਮੰਦਿਰਾਂ ਦੇ ਅੰਦਰ ਹੈ। ਪਰ ਪ੍ਰਮਾਤਮਾ ਉੱਥੇ ਜ਼ਿਆਦਾ ਨਹੀਂ ਆ ਤੇ ਨਾ ਘੱਟ ਆ। ਪ੍ਰਮਾਤਮਾ ਸਰਬ ਵਿਆਪਕ ਹੈ। ਇਸੇ ਗੱਲ ਨੂੰ ਸਮਝਾਉਣ ਦੇ ਲਈ ਇਹ ਸਭ ਗ੍ਰੰਥਾਂ ਦੇ ਵਿੱਚ ਸਾਨੂੰ ਗਿਆਨ ਸਾਡੇ ਲਈ ਲਿਖ ਕੇ ਗਏ ਨੇ, ਸਾਨੂੰ ਸਮਝਾ ਕੇ ਗਏ ਨੇ ਕਿ ਕਿਤੇ ਕਨਫਿਊਜ਼ ਨਾ ਹੋ ਜਿਓ, ਕਿਤੇ ਇਹ ਨਾ ਕਹਿ ਦਿਓ ਕਿ ਸਾਨੂੰ ਦੱਸਿਆ ਹੀ ਨਹੀਂ। ਗਿਆਨ ਸਾਡੇ ਕੋਲ ਪਹੁੰਚ ਗਿਆ ਨਿੱਜਰ ਸਾਹਿਬ। ਇਹਦਾ ਇਸਤੇਮਾਲ ਕਰਨਾ ਨਹੀਂ ਕਰਨਾ ਉਹ ਤੁਹਾਡੀ ਮਰਜ਼ੀ ਆ। ਜਿੱਦਾਂ ਤੁਹਾਡੇ ਘਰ ਸਰਫ ਹੋਵੇ ਤੇ ਤੁਸੀਂ ਆਪਣੇ ਕੱਪੜੇ ਨਹੀਂ ਧੋਂਦੇ ਤੇ ਤੁਹਾਡੀ ਮਰਜ਼ੀ ਆ, ਪਰ ਅਗਲੇ ਸਰਫ ਦੇ ਕੇ ਗਏ ਜੋ। ਇਹ ਲਾਓਗੇ ਤੇ ਇਹਦੇ ਨਾਲ ਕੀ ਹੋਊਗਾ, ਕੱਪੜਾ ਤੁਹਾਡਾ ਸਾਫ਼ ਹੋ ਜਾਊਗਾ। ਠੀਕ ਹੈ ਨਿੱਜਰ ਸਾਹਿਬ, ਅੱਗੇ ਚੱਲੀਏ। ਹਾਂ ਗੁਰਕੀ ਸਾਹਿਬ, ਸਿੰਪਲ ਜੀ ਗੱਲ ਹੈਗੀ ਆ। ਜਦ ਆਪਾਂ ਜਿਹੜੇ ਹੈਗੇ ਆ
ਕਿਸੇ ਨਾਲ ਠੱਗੀ ਠੋਰੀ ਕਰ ਰਹੇ ਹਾਂ, ਕੋਈ ਆਪਣੇ ਅੰਦਰ ਲਾਲਚ ਹੈਗਾ, ਲਾਲਸਾ ਹੈਗੀ, ਕੋਈ ਪਦਾਰਥ ਹੈਗਾ, ਅਟਰੈਕਸ਼ਨ ਹੈਗਾ, ਤੇ ਇਹਦਾ ਮਤਲਬ ਹੈਗਾ ਕਿ ਆਪਾਂ ਸੱਚ ਦੇ ਗਾਹਕ ਹੈ ਨਹੀਂ ਗੇ, ਆਪਾਂ ਕੱਚ ਦੇ ਗਾਹਕ ਹੈਗੇ ਆ। ਬਸ ਇੰਨੀ ਕੀ ਗੱਲ ਆ। ਨਿੱਜਰ ਸਾਹਿਬ, ਜਦੋਂ ਮਿਲਾਵਟ ਵਾਲਾ ਸਮਾਨ ਵਿਕਦਾ ਪਿਆ ਉੱਥੇ ਸੱਚ ਵੀ ਵਿਕਦਾ ਪਿਆ। ਜਦੋਂ ਮੈਂ ਕਹਿਣ ਦਿਆ ਕਿ ਮੈਨੂੰ ਮਿਲਾਵਟ ਦਿਓ, ਸਸਤਾ ਦਿਓ ਸਮਾਨ, ਹਾਂ ਸੱਚ ਤੇ ਮਹਿੰਗਾ ਹੈ। ਹੁਣ ਐਰਕੀ ਦੀ ਹੀ ਨਾ ਸਰੋਂ ਦਾ ਤੇਲ ਕਢਾਇਆ ਨਿੱਜਰ ਸਾਹਿਬ, ਹਾਂਜੀ ਹਾਂਜੀ, ਉਹ ਮੇਰਾ 12,000 ਰੁਪਏ ਲੱਗਾ। 2 ਕੁਇੰਟਲ ਸਰੋਂ ਲਈ, 1 ਕੁਇੰਟਲ ਭਰਾ ਨੇ ਕਢਵਾਈ ਤੇ 1 ਕੁਇੰਟਲ ਅਸੀਂ ਕਢਵਾਈ। ਉਹ ਸਾਨੂੰ 300 ਰੁਪਇਆ ਤੇਲ ਪਿਆ। ਤੇ ਬਾਜ਼ਾਰ ਜਾਓ 350 ਰੁਪਏ ਲਾ ਲਓ, ਤੇ ਬਾਜ਼ਾਰ ਮੇਰੇ ਹਿਸਾਬ ਨਾਲ 200-250 ਰੁਪਏ ਲੀਟਰ ਵੀ ਮਿਲ ਜਾਂਦਾ ਤੇਲ। ਪਰ ਉਹ ਜਿਹੜਾ ਆਪਾਂ ਹੱਥੀਂ ਕੱਢਿਆ ਉਹੀ ਅਸਲ ਚ ਤੇਲ ਉਹ ਆ। ਇਸੇ ਤਰ੍ਹਾਂ ਸੱਚ ਆ। ਸੱਚ ਨਿੱਜਰ ਸਾਹਿਬ ਜਿਹੜਾ ਅਸੀਂ ਖੁਦ ਹੰਡਾਇਆ ਨਾ ਉਹੀ ਸੱਚ ਆ। ਜੇਕਰ ਆ ਦੇਖੋ ਨਾ, ਹੁਕਮ ਦੇ ਵਿੱਚ ਜੇ ਆਪਾਂ ਚੱਲਦੇ ਆ ਤੇ ਫਲ ਤਾਂ ਹੀ ਮਿਲਣਾ ਵਾ। ਬਿਲਕੁਲ, ਜੇ ਪ੍ਰਵਾਨ ਤਾਂ ਹੀ ਹੋਣਾ ਵਾ ਕਿ ਜੇ ਤੁਸੀਂ ਸੱਚ ਦੇ ਨਾਲ ਬਿਜ਼ਨਸ ਕਰਦੇ ਜੋ। ਬਿਲਕੁਲ, ਜੀਵਨ ਦੇ ਵਿੱਚ ਸੱਚ ਆ ਰਿਹਾ ਹੈ ਸੱਚ, ਤੇ ਤਾਂ ਆਪਾਂ ਸਹੀ ਰਸਤੇ ਤੇ ਆ। ਜੇ ਆਪਾਂ ਜਿਹੜੇ ਹੈਗੇ ਝੂਠ ਦੇ ਨਾਲ ਹੀ ਹਾਲੇ ਠੱਗੀ ਠੋਰੀਆਂ ਹੀ ਹੈਗੀਆਂ, ਛਲ ਕਪਟ ਹੀ ਹੈਗਾ, ਫਿਰ ਤਾਂ ਭਾਈ ਦਿੱਲੀ ਬਹੁਤ ਦੂਰ ਆ। ਇਹ ਤੇ ਸਮਝ ਲਓ ਕਿ ਆਪਾਂ ਨੂੰ ਮਿਹਨਤ ਜ਼ਿਆਦਾ ਕਰਨ ਦੀ ਲੋੜ ਆ, ਕਿਉਂਕਿ ਗੱਡੀ ਸਾਡੀ ਨਾ ਪੁਲ ਤੇ ਨਹੀਂ ਚੜ ਰਹੀ, ਜ਼ਿਆਦਾ ਬੈਗ ਨੂੰ ਜਾ ਰਹੀ ਹੈ, ਸਲਿੱਪ ਕਰ ਰਹੀ ਹੈ। ਉੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਚੱਕਰ ਵਿੱਚ ਉੱਥੇ ਕੀ ਲੋੜ ਆ? ਉੱਥੇ ਭਗਤੀ ਦਾ ਕੀ ਕਰਨਾ ਪੈਣਾ? ਭਗਤੀ ਦਾ ਉੱਥੇ ਨਾ ਸੁੱਕੀ ਮਿੱਟੀ ਪਾਉਣੀ ਪੈਣੀ ਤਾਂ ਜੋ ਗੱਡੀ ਸਾਡੀ ਸਲਿੱਪ ਨਾ ਕਰੇ, ਤਾਂ ਚੜੀਏ। ਤੇ ਉੱਥੇ ਸੱਚ ਫਿਰ ਫੜੋ, ਉੱਥੇ ਝੂਠ ਨੂੰ ਛੱਡੋ ਤੇ ਸੱਚ ਨੂੰ ਫੜੋ, ਤੇ ਆਟੋਮੈਟਿਕਲੀ ਤੁਹਾਡੀ ਹੌਲੀ ਹੌਲੀ ਗੱਡੀ ਉੱਪਰ ਨੂੰ ਤੁਰ ਪੈਣੀ ਆ। ਕਹਿੰਦੇ ਬੰਦਾ ਭਾਵੇਂ ਹੌਲੀ ਹੌਲੀ ਤੁਰੇ, ਪਰ ਲਗਾਤਾਰ ਬੰਦਾ ਤੁਰਿਆ ਇੱਕ ਸਮਾਂ ਆਉਂਦਾ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ। ਇਹ ਨਹੀਂ ਕਿ 2 ਦਿਨ ਬੜੀ ਭਗਤੀ ਕੀਤੀ ਖਰਗੋਸ਼ ਵਾਂਗੂ, ਮੁੜ ਕੇ 3 ਮਹੀਨੇ ਪਤਾ ਨਹੀਂ ਕਿੱਥੇ ਚਲ ਗਏ, ਮੁੜ ਕੇ ਫਿਰ 2 ਮਹੀਨੇ ਕੰਮ ਕਰਕੇ ਫਿਰ ਪਤਾ ਨਹੀਂ 8 ਮਹੀਨੇ ਸਾਲ ਪਤਾ ਨਹੀਂ ਕਿੱਥੇ ਚਲ ਗਏ। ਇਹ ਬਹੁਤ ਸਾਰੇ ਸਾਧਕਾਂ ਦੇ ਨਾਲ ਏਦਾਂ ਵੀ ਹੁੰਦਾ। ਸ਼ੁਰੂ ਚ ਆਉਂਦੇ ਨੇ ਖਰਗੋਸ਼ ਵਾਂਗੂ, ਬੜਾ ਜੋਸ਼ ਹੁੰਦਾ, ਤੇ ਮੁੜ ਕੇ ਮਹੀਨੇ 2 ਮਹੀਨੇ ਬਾਅਦ ਪਤਾ ਨਹੀਂ ਕਿੱਥੇ ਚਲ ਜਾਂਦੇ ਆ। ਬੜੇ ਮੈਂ ਵੇਖੇ। ਇਸ ਕਰਕੇ ਲਗਾਤਾਰ ਉਧਰ ਗਤੀ ਕਰਨੀ ਹੈ। ਹਰ ਦਿਨ ਭਾਵੇਂ 5 ਮਿੰਟ 10 ਮਿੰਟ ਮਿਲਣ, ਆਪਣੇ ਜੀਵਨ ਚੋਂ ਦੇਣੇ ਆ, ਕਿਉਂਕਿ ਪ੍ਰਮਾਤਮਾ ਤੁਹਾਡੇ ਵੱਲ ਦੇਖ ਰਿਹਾ ਹੈ। ਬਸ ਜਦੋਂ ਤੁਸੀਂ ਇੱਥੇ ਹਰ ਦਿਨ ਗਏ ਨਾ, ਆਟੋਮੈਟਿਕਲੀ ਫ੍ਰੀ ਚ ਦੇ ਦਿੰਦਾ। ਉਹਦੀ ਕੀਮਤ ਨਹੀਂ ਤੁਸੀਂ ਦੇ ਸਕਦੇ, ਨਾ ਮੈਂ ਦੇ ਸਕਦਾ। ਉੱਥੇ ਬਹੁਤ ਕੀਮਤੀ ਹੈ। ਪਰ ਸਾਡਾ ਜਾਣਾ ਹੀ ਇਸ ਗੱਲ ਦੀ ਨਿਸ਼ਾਨੀ ਹੈ ਕਿ ਪ੍ਰਮਾਤਮਾ ਸਾਨੂੰ ਦੇ, ਕਿਉਂਕਿ ਜਦ ਤੱਕ ਉਹ ਫਲ ਨਹੀਂ ਨਾ ਮਿਲਦਾ, ਅਮਰ ਫਲ ਮਿਲੂਗਾ, ਫਿਰ ਸਾਡੀ ਜਿਹੜੀ ਭੁੱਖ ਆ ਨਾ ਇਹ ਖਤਮ ਹੋਣੀ ਆ। ਉਹਨਾਂ ਚਿਰ ਤੱਕ ਸਾਡੀ ਉਤਰੇ ਮਨ ਕੀ ਭੁੱਖ, ਬਾਣੀ ਚ ਵੀ ਲਿਖਿਆ, ਦਿਓ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਫਿਰ ਭੁੱਖ ਉਤਰਨੀ ਜੋ, ਫਿਰ ਸੰਸਾਰ ਤੋਂ ਆਪਾਂ ਵਾਪਸ ਆਉਣਾ ਹੈ। ਜਦ ਤੱਕ ਨਾਮ ਨਹੀਂ ਨਾ ਮਿਲਿਆ ਇਹ ਭੁੱਖ ਨਹੀਂ ਜੇ ਮਿਟਣੀ। ਇਹ ਤੇ ਕਿਉਂਕਿ ਉਹ ਜਿਸ ਚੀਜ਼ ਮ੍ਰਿਗ ਤ੍ਰਿਸ਼ਨਾ ਹੈ, ਉਹ ਜਿਹੜੀ ਚੀਜ਼ ਦੇ ਪਿੱਛੇ ਆਪਾਂ ਭੱਜ ਰਹੇ ਹਾਂ ਉਹਨੂੰ ਛੱਡ ਕੇ ਮਨ ਨੇ ਫਿਰ ਅੱਗੇ ਤੁਰ ਪੈਣਾ। ਇਸ ਕਰਕੇ ਇਹਦਾ ਅਨੰਤ ਯਾਤਰਾ ਹੈ, ਇਹ ਪੂਰੀ ਨਹੀਂ ਹੋ ਸਕਦੀ। ਠੀਕ ਹੈ ਨਿੱਜਰ ਸਾਹਿਬ, ਅੱਗੇ ਚਲੀਏ। ਔਰ ਉਹ ਚੀਜ਼ਾਂ ਗੋਰਖੀ ਸਾਹਿਬ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦਾ ਐਗਜ਼ਿਸਟੈਂਸ ਹੀ ਨਹੀਂ ਹੈ ਨਾ, ਉਹ ਤਾਂ ਛਲ ਕਪਟ ਦੇ ਨਾਲ ਬਣਾਈਆਂ। 5 ਤੱਤਾਂ ਦੀ ਰਚਨਾ ਹੈਗੀ। ਅਸਲ ਦੇ ਵਿੱਚ ਤਾਂ 5 ਤੱਤ ਹੀ ਹੈਗੇ, ਔਰ 5 ਤੱਤ ਵੀ ਉਹ ਮਾਲਕ ਪਰਮਾਤਮਾ ਦੇ ਵਿੱਚੋਂ ਹੀ ਆਏ ਹੋਏ ਆ। ਬਸ ਸਾਰੇ ਪਦਾਰਥ ਉਹਦੇ ਨਾਲ ਬਣੇ ਹੋਏ ਆ, ਆਹੀ ਆਪਾਂ ਨਹੀਂ ਸਮਝ ਪਾ ਰਹੇ। ਔਰ ਨਿੱਜਰ ਸਾਹਿਬ ਨਹੀਂ ਸਮਝ ਤੇ ਪਾਵਾਂਗੇ। ਇੱਕ ਸਮਾਂ ਆਉਣਾ ਜਦੋਂ ਤੁਹਾਡੀਆਂ ਇੰਦਰੀਆਂ ਨੇ ਜਵਾਬ ਦੇ ਦੇਣਾ। ਬਿਲਕੁਲ ਸਹੀ ਗੱਲ ਹੈ। ਬੰਦਾ ਥੋੜੀ ਬਸ ਕਰਦਾ ਹੈ, ਬੰਦਾ ਤੇ ਭੋਗਾਂ ਨੂੰ ਭੋਗਣਾ ਚਾਹੁੰਦਾ ਹੈ, ਪਰ ਇੱਕ ਸਮਾਂ ਆਉਣਾ ਤੁਹਾਡੀਆਂ ਇੰਦਰੀਆਂ ਦੀ ਬਸ ਹੋ ਜਾਣੀ ਹੈ। ਫਿਰ ਹੁਣ ਸਾਰਾ ਜੀਵਨ ਹੀ ਗਲਤ ਤਰੀਕੇ ਨਾਲ ਬਤੀਤ ਕੀਤਾ। ਹੁਣ ਤੁਸੀਂ ਕਹੋਗੇ ਕਿ ਮੈਂ ਇੱਥੇ ਯੂਟਰਨ ਮਾਰ ਲਾਂ, ਪਰ ਉਸ ਟਾਈਮ ਤੇ ਪਤਾ ਕਿੰਨਾ ਜ਼ੋਰ ਲਾਉਣਾ ਪੈਣਾ। ਗੱਡੀ ਕਿਤੇ ਮੁੜਦੀ ਇੱਕਦਮ, ਕਿੰਨੀ ਫਾਸਟ ਸਪੀਡ ਨਾਲ ਤੁਸੀਂ ਉਧਰ ਗਤੀ ਕੀਤੀ ਹੈ, ਫਿਰ ਤੁਸੀਂ ਚਾਹੁੰਦੇ ਇੱਕਦਮ ਮੁੜ ਕੇ ਪਿੱਛੇ ਆ ਜਾਏ। ਇਸ ਕਰਕੇ ਹੌਲੀ ਹੌਲੀ ਰੋਜ਼ ਇਹਨੂੰ ਬ੍ਰੇਕ ਮਾਰੋ ਆਪਣੇ ਮਨ ਨੂੰ, 5-5 10-10 ਮਿੰਟ 20-20 ਮਿੰਟ, ਇੱਕ ਸਮਾਂ ਆਊਗਾ ਗੱਡੀ ਰੁਕ ਜਾਏਗੀ। ਹਾਂਜੀ ਨਿੱਜਰ ਸਾਹਿਬ, ਅੱਗੇ ਚੱਲੀਏ। ਔਰ ਨਾਲੇ ਬਾਣੀ ਇਹ ਵੀ ਕਹਿ ਰਹੀ ਹੈ, ਕਥਨੀ ਬਦਨੀ ਕਰਦਾ ਫਿਰ। ਕਹਿੰਦੇ ਖਾਲੀ ਗੱਲਾਂ ਬਾਤਾਂ ਦੇ ਨਾਲ ਜਿਹੜਾ ਹੈਗਾ ਬਹਿਸ ਮਵੇਸਾ ਗੱਲਾਂ ਬਾਤਾਂ ਕਰ ਲੀਆਂ, ਇਹਦੇ ਨਾਲ ਗਿਆਨ ਚਰਚਾ ਕਰ ਲਈ, ਇਹਦੇ ਨਾਲ ਗੱਲ ਬਣਨੀ ਨਹੀਂ ਆ ਭਾਈ। ਜਦ ਤੱਕ ਤੂੰ ਜਿਹੜਾ ਹੈਗਾ
ਸੱਚਾ ਨਾਮ ਧਿਆਈਏ ਸਭੋ ਵਰਤੇ ਸੱਚ। ਜਦ ਤੱਕ ਉਹ ਸੱਚ ਦੇ ਨਾਲ ਜੁੜਦਾ ਨਹੀਂ ਆ ਤਦ ਤੱਕ ਕੱਚ ਹੀ ਰਹੇਗਾ ਭਾਈ, ਹਨੇਰੇ 'ਚ ਹੀ ਰਹੇਗਾ। ਅੱਗੇ ਪੌੜੀ ਆ ਗਈ। पौड़ी संजोग विजोग उपायन सृष्टि का मूल रचाया। मालक परमात्मा ने जिहड़ा हैगा ये कोई भी चीज़ आ ਉਹਦਾ ਸੰਜੋਗ ਬਣਾਇਆ ਆ ਤੇ ਜਿਹੜੀ ਵੀ ਚੀਜ਼ ਦੁਨੀਆ 'ਚ ਨਜ਼ਰ ਆ ਰਹੀ ਹੈ ਦੁਨੀਆ ਦੇ ਵਿੱਚ ਉਹਦਾ ਸੰਜੋਗ ਆ ਤੇ ਉਹਦਾ ਵਿਯੋਗ ਵੀ ਹੈਗਾ। ਉਹ ਆਈ ਹੈ ਦੁਨੀਆ ਦੇ ਵਿੱਚ ਸੰਜੋਗ ਦੇ ਨਾਲ ਆਪਾਂ ਨੂੰ ਮਿਲੀ ਹੋਈ ਆ। ਕੋਈ ਆਪਣੇ ਜੀਵਨ 'ਚ ਆਇਆ ਆ, ਉਹਨੇ ਚਲੇ ਜਾਣਾ ਹੈ ਭਾਈ, ਜਾਂ ਆਪਾਂ ਚਲੇ ਜਾਣਾ ਹੈ। ਆ ਸ੍ਰਿਸ਼ਟੀ ਦਾ ਮੂਲ ਹੈਗਾ। ਜੋ ਚੀਜ਼ ਸ੍ਰਿਸ਼ਟੀ ਆਕਾਰ ਦੇ ਵਿੱਚ ਆਈ ਹੈ ਇਹਨੇ ਜਿਹੜਾ ਹੈਗਾ ਇਹਨੇ ਨਸ਼ਟ ਵੀ ਹੋਣਾ ਹੈ, ਇਹਦਾ ਵਿਯੋਗ ਵੀ ਹੋਣਾ ਹੈ। ਹੁਕਮੀ ਸ੍ਰਿਸ਼ਟ ਸਾਜੀਅਨ ਜੋਤੀ ਜੋਤ ਮਿਲਾਇਆ। ਮਾਲਕ ਨੇ ਆਪਣੇ ਹੁਕਮ ਦੇ ਵਿੱਚ ਸ੍ਰਿਸ਼ਟੀ ਸਾਜੀ ਹੈ ਔਰ ਆਪਣੀ ਜੋਤ ਇਹਦੇ ਵਿੱਚ ਮਿਲਾ ਦਿੱਤੀ ਆ। ਮਾਲਕ ਦੀ ਜੋਤ ਹੀ ਹੈਗੀ ਸਾਰੀ ਸ੍ਰਿਸ਼ਟੀ ਦੇ ਵਿੱਚ। ਜੋਤੀ ਹੂੰ ਸਭ ਚਾਨਣਾ ਸਤਿਗੁਰੇ ਸ਼ਬਦ ਸੁਣਾਇਆ। ਕਹਿੰਦੇ ਜੋਤੀ ਦੇ ਵਿੱਚੋਂ ਹੀ ਆ ਸਾਰਾ ਚਾਨਣ ਹੈਗਾ ਪਾਏ। ਇਹ ਜੋਤੀ ਹੈ, ਇਹਦੇ ਪਿੱਛੇ ਮਾਲਕ ਪਰਮਾਤਮਾ ਦੀ। ਔਰ ਇਹ ਬ੍ਰਹਮ ਗਿਆਨੀਆਂ ਨੇ ਜਿਹੜਾ ਹੈਗਾ ਇਹ ਸ਼ਬਦ ਜਿਹੜਾ ਹੈਗਾ ਇਸ ਜੋਤ ਨੂੰ ਪ੍ਰਗਟ ਕਰਨ ਦਾ ਜਿਹੜਾ ਹੈਗਾ ਆਤਮ ਦਰਸ਼ਨ ਦਾ ਜਿਹੜਾ ਹੈਗਾ ਉਹ ਸ਼ਬਦ ਉਹ ਰਸਤਾ ਉਹ ਦੱਸ ਦਿੱਤਾ ਹੈਗਾ। ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਸਿਰੈ ਤੰਦੇ ਲਾਇਆ। ਕਹਿੰਦੇ ਬ੍ਰਹਮਾ ਵਿਸ਼ਨੂੰ ਮਹੇਸ਼ ਇਹ ਸ਼ਕਤੀਆਂ ਹੈਗੀਆਂ ਤਿੰਨ ਗੁਣੀ। ਇਹ ਮਾਇਆ ਦੇ ਵਿੱਚ ਧੰਦਿਆਂ ਦੇ ਵਿੱਚ ਸਾਰੀ ਸ੍ਰਿਸ਼ਟੀ ਲੱਗੀ ਹੋਈ ਹੈ। ਬ੍ਰਹਮਾ ਵਿਸ਼ਨੂੰ ਮਹੇਸ਼ ਤ੍ਰੈ ਗੁਣ ਸਿਰੇ ਧੰਦੇ ਲਾਇਆ। ਇਹ ਤਿੰਨ ਗੁਣਾਂ ਦੇ ਵਿੱਚ ਹੀ ਵਰਤ ਰਹੀਆਂ ਹੈ ਭਾਈ ਇਹ ਸ਼ਕਤੀਆਂ ਵੀ ਔਰ ਸਾਰੀ ਦੀ ਸਾਰੀ ਸ੍ਰਿਸ਼ਟੀ। ਮਾਇਆ ਕਾ ਮੂਲ ਰਚਾਇਓਨ ਤੁਰਿਆ ਸੁਖ ਪਾਇਆ। ਆ ਸਾਰੀ ਜਿਹੜੀ ਸ੍ਰਿਸ਼ਟੀ ਜੋ ਆਕਾਰ ਜੋ ਹੈਗਾ ਸੰਜੋਗ ਵਿਜੋਗ ਦੇ ਵਿੱਚ ਇਹ ਸਾਰਾ ਦਾ ਸਾਰਾ ਇਹ ਮਾਇਆ ਦਾ ਮੂਲ ਹੈਗਾ। ਇਹ ਮਾਇਆ ਹੈਗੀ ਸਾਰੀ ਮਾਇਆ ਦਾ ਮੂਲ ਆ ਭਾਈ। ਇਹਨਾਂ ਦੇ ਪਿੱਛੇ ਮਾਇਆ ਹੈਗੀ ਹੈ, ਛਲ ਹੈਗਾ, ਇਹ ਸੱਚ ਨਹੀਂ ਹੈਗਾ। ਤੇ ਇਹਦੇ ਵਿੱਚ ਤੁਰਿਆ ਸੁਖ ਪਾਇਆ। ਉਹ ਤੁਰਿਆ ਅਵਸਥਾ ਹੈਗੀ, ਉਹ ਸੱਚ ਹੈਗਾ। ਜਿਹੜਾ ਉਹ ਸੱਚ ਨੂੰ ਬੁੱਝ ਜਾਏਗਾ ਤੁਰਿਆ ਚਲੇ ਜਾਏਗਾ ਉਹ ਸੁਖੀ ਹੋ ਜਾਏਗਾ। ਨਹੀਂ ਤਾਂ ਤ੍ਰਿਗੁਣੀ ਮਾਇਆ ਆ। ਇਸੇ ਤਰੀਕੇ ਦੇ ਨਾਲ ਦੁੱਖ ਔਰ ਸੁੱਖ ਦੇ ਵਿੱਚ ਇਹ ਜਿਹੜਾ ਹੈਗਾ ਸੰਜੋਗ ਵਿਜੋਗ ਦੇ ਵਿੱਚ ਜੀਵਨ ਗੁਜ਼ਰਦਾ ਚਲੇ ਜਾਏਗਾ। ਹਾਂਜੀ ਗੋਰਖੀ ਸਾਹਿਬ। ਠੀਕ ਹੈ ਸਾਧ ਸੰਗਤ ਜੀ, ਵੇਖੋ ਬਾਣੀ ਚ ਕਿਹਾ ਨਾ ਤੁਰੀ ਅਵਸਥਾ ਹੀ ਸੱਚ ਆ, ਉਹੀ ਸੱਚ ਆ, ਬਾਕੀ ਸਭ ਝੂਠ ਹੈ। ਇਹ ਬਿਨਸ ਜਾਏਗਾ, ਇਹ ਨਸ਼ਟ ਹੋ ਜਾਏਗਾ। ਇੱਕ ਚੀਜ਼ ਨੇ ਨਹੀਂ ਨਸ਼ਟ ਹੋਣਾ ਹੈ, ਉਹ ਹੈ ਤੁਰੀ ਅਵਸਥਾ। ਔਰ ਤੁਰੀ ਅਵਸਥਾ ਤੱਕ ਪਹੁੰਚਣ ਦੇ ਲਈ ਆਪਾਂ ਸਾਰੀ ਕੋਸ਼ਿਸ਼ ਕਰ ਰਹੇ ਹਾਂ। ਜਿੰਨੀ ਵੀ ਵਿਚਾਰ ਚਰਚਾ ਹੈ, ਜੋ ਵੀ ਬਾਣੀ ਦੀ ਆਪਾਂ ਵਿਆਖਿਆ ਕਰਦੇ ਹਾਂ, ਇਹ ਕੇਵਲ ਉਸ ਅਵਸਥਾ ਤੱਕ ਜਿਉਂਦੇ ਜੀ ਪਹੁੰਚਣ ਦੇ ਲਈ ਹੈ। ਉਹ ਸਾਡਾ ਸੇਫ ਜ਼ੋਨ ਆ, ਉਹਨੂੰ ਧੁਰਾ ਕਹਿੰਦੇ ਹਾਂ ਆਪਾਂ। ਇਹ ਸ੍ਰਿਸ਼ਟੀ ਦਾ ਧੁਰਾ ਹੈ, ਤੁਰੀਆ। ਜਾਗਰਤ ਸਪਨ ਸੁਖਾਪਤੀ ਤੇ ਤੁਰੀਆ। ਜਾਗਰਤ ਅਵਸਥਾ ਜਿੱਦਾਂ ਆਪਾਂ ਸੁਣ ਰਹੇ ਹਾਂ, ਆਪਾਂ ਬਾਹਰੋਂ ਜਾਗ ਰਹੇ, ਅੰਦਰੋਂ ਸੁੱਤੇ ਹਾਂ। ਸਪਨ ਦੇ ਵਿੱਚ ਸੁੱਤੇ ਹਾਂ, ਜਦੋਂ ਨੀਂਦ ਆ ਜਾਂਦੀ ਹੈ ਸੁਪਨਾ ਚੱਲਦਾ ਹੈ, ਬਾਹਰੋਂ ਸੌ ਜਾਂਦੇ ਹਾਂ, ਅੰਦਰੋਂ ਜਾਗਦੇ ਹਾਂ। ਸੁਖਾਪਤੀ ਵਿੱਚ ਅੰਦਰੋਂ ਵੀ ਸੌ ਜਾਂਦੇ, ਬਾਹਰੋਂ ਵੀ ਸੌ ਜਾਂਦੇ, ਜਿਹਨੂੰ ਡ੍ਰੀਮਲੈਸ ਸਲੀਪ ਕਹਿੰਦੇ ਆਪਾਂ। ਡ੍ਰੀਮਲੈਸ ਸਲੀਪ ਤੋਂ ਅੱਗੇ ਇੱਕ ਹੋਰ ਅਵਸਥਾ ਹੈ, ਜਦੋਂ ਸਵੇਰੇ ਆਪਾਂ ਉੱਠਦੇ ਹਾਂ ਨਾ ਉਦੋਂ ਬਿਲਕੁਲ ਕਿਨਾਰੇ ਤੇ ਹੁੰਦੇ ਹਾਂ। ਰਾਤੀ ਆਪਾਂ ਜਾਗਰਤ ਤੋਂ ਸੁੱਤੇ, ਸਪਨ ਚ ਗਏ, ਸਪਨ ਤੋਂ ਬਾਅਦ ਫਿਰ ਅੱਗੇ ਸੁਖਾਪਤੀ ਆ ਗਈ, ਜਿੱਥੇ ਟਾਈਮ ਦਾ ਨਹੀਂ ਪਤਾ ਲੱਗਦਾ। ਉਸ ਤੋਂ ਅੱਗੇ ਜਿਹੜੀ ਤੁਰੀ ਅਵਸਥਾ ਹੁੰਦੀ ਹੈ, ਇਸੇ ਦੀ ਬਾਣੀ ਕਹਿੰਦੀ ਨਾ ਕਿ ਅੰਮ੍ਰਿਤ ਵੇਲੇ ਤੂੰ ਇਸ਼ਨਾਨ ਕਰਕੇ ਮਤਲਬ ਭਗਤੀ ਕਰਨੀ ਆ। ਇਸ਼ਨਾਨ ਤੋਂ ਭਾਵ ਹੈ ਕਿ ਤੂੰ ਆਪਣੇ ਸਰੀਰ ਨੂੰ ਸ਼ੁੱਧ ਕਰ, ਸਰੀਰ ਨੂੰ ਇਸ਼ਨਾਨ ਕਰਾ ਲਾ, ਔਰ ਉਸ ਤੋਂ ਬਾਅਦ ਤੁਰੀ ਅਵਸਥਾ ਦੇ ਵਿੱਚ ਆਪਣੇ ਮਨ ਨੂੰ ਇਸ਼ਨਾਨ ਕਰਾ। ਕਿਉਂਕਿ ਉਸ ਟਾਈਮ ਤੇ ਬਿਲਕੁਲ ਹੀ ਆਪਾਂ ਤੁਰੀ ਅਵਸਥਾ ਤੇ ਲੱਗੇ ਹੁੰਦੇ। ਤੁਸੀਂ ਥੋੜਾ ਜਿਹਾ ਧਿਆਨ ਸਿਮਰਨ ਕੀਤਾ, ਥੋੜੀ ਜਿਹੀ ਭਗਤੀ ਕੀਤੀ, ਵੇਖੋ ਕੁਝ ਦਿਨਾਂ ਦੇ ਅੰਦਰ ਹੀ ਤੁਹਾਡਾ ਧਿਆਨ ਇਕਾਗਰ ਹੋਣ ਲੱਗ ਜਾਣਾ। ਧਿਆਨ ਇਕਾਗਰ ਹੋਵੇ ਨਾ ਹੋਵੇ, ਤੁਸੀਂ ਹਰ ਦਿਨ ਕੋਸ਼ਿਸ਼ ਕਰਦੇ ਹੀ ਜਾਣਾ। ਧਿਆਨ ਇਕਾਗਰ ਆਪਣੇ ਆਪ ਹੀ ਹੋ ਜਾਏਗਾ। ਇਹ ਪ੍ਰਕਿਰਤੀ ਦਾ ਨਿਯਮ ਹੈ। ਤੁਹਾਨੂੰ ਕੁਝ ਸਮੇਂ ਲਈ ਰੋਕਿਆ ਜਾ ਸਕਦਾ ਹੈ, ਹੋਲਡ ਕੀਤਾ ਜਾ ਸਕਦਾ ਹੈ, ਪਰ ਤੁਹਾਨੂੰ ਉੱਥੇ ਪਹੁੰਚਣ ਤੋਂ ਰੋਕਿਆ ਨਹੀਂ ਜਾ ਸਕਦਾ। ਤੁਹਾਨੂੰ ਡਿਲੇ ਕਰ ਸਕਦੀ ਹੈ ਪ੍ਰਕਿਰਤੀ, ਪਰ ਤੁਹਾਨੂੰ ਰੋਕ ਨਹੀਂ ਸਕਦੀ।
ਤੇ ਉੱਥੇ ਪਹੁੰਚਣਾ ਬੜਾ ਜ਼ਰੂਰੀ ਹੈ। ਫਿਰ ਕਹਿੰਦੇ ਆ ਕਿ ਬ੍ਰਹਮਾ ਵਿਸ਼ਨੂੰ ਮਹੇਸ਼ ਤ੍ਰੈ ਗੁਣ ਸਿਰ ਧੰਦੇ ਲਾਇਆ। ਇਹ ਜਿਹੜਾ ਬ੍ਰਹਮਾ ਹੈ, ਇਹ ਵੇਖੋ ਕਿੱਦਾਂ ਉਤਪਤੀ ਹੋ ਰਹੀ ਹੈ, ਸਸਟੇਨ ਹੁੰਦਾ ਹੈ, ਤੇ ਫਿਰ ਬਿਨਸ ਜਾਂਦੀਆਂ ਚੀਜ਼ਾਂ। ਤੇ ਇਹ ਤਿੰਨ ਸ਼ਕਤੀਆਂ ਜਿਹੜੀਆਂ ਕਾਰਜ ਕਰ ਰਹੀਆਂ, ਇਹਦੇ ਵਿੱਚ ਜੀਵਨ ਚੱਲਦਾ ਹੈ। ਤਿੰਨ ਗੁਣਾ ਚ ਹੀ ਹੈ, ਤਿੰਨ ਗੁਣਾ ਚ ਹੀ ਹੈ। ਹਾਂਜੀ, ਇਹ ਤਿੰਨਾਂ ਗੁਣਾ ਚ ਹੀ ਕੰਮ ਹੋ ਰਿਹਾ ਹੈ। ਬਸ ਤੁਰੀ ਅਵਸਥਾ ਨਹੀਂ ਹੈਗੀ। ਇਹ ਤਿੰਨ ਗੁਣੀ ਹੈ। ਬ੍ਰਹਮਾ ਵਿਸ਼ਨੂੰ ਇਹ ਸ਼ਕਤੀਆਂ ਤਿੰਨ ਗੁਣਾ ਚ ਹੀ ਚੱਲ ਰਹੀਆਂ। ਹਾਂਜੀ ਵੀਰ ਜੀ। ਤੇ ਆਪਾਂ ਚੌਥੀ ਅਵਸਥਾ 'ਚ ਜਾਣਾ ਹੈ, ਜਿੱਥੇ ਸੁੱਖ ਹੈਗਾ। ਸੁੱਖ ਤੋਂ ਭਾਵ ਨਾ ਤੇ ਇੱਥੇ ਸੁੱਖ ਆ ਤੇ ਨਾ ਉੱਥੇ ਦੁੱਖ ਆ। ਸੁੱਖ ਦੁੱਖ ਤੋਂ ਆਪਾਂ ਅੱਗੇ ਚੱਲ ਗਏ। ਅਨਮਨੀ ਅਵਸਥਾ ਕਹਿ ਲਓ ਤੁਸੀਂ। ਉਹ ਉੱਥੇ ਮਨ ਵੀ ਨਹੀਂ ਹੈਗਾ। ਮਨ ਚਿੱਤ 'ਚ ਵਿਲੀਨ ਹੋ ਗਿਆ, ਚਿੱਤ ਆਤਮਾ 'ਚ ਚੱਲ ਗਈ। ਉਹ ਸਭ ਇੱਕ ਹੀ ਚੀਜ਼ ਹੋ ਗਈ, ਵਨਨੈਸ ਹੋ ਗਈ। ਉੱਥੇ ਵਨਨੈਸ ਦੇ ਵਿੱਚ ਜਦੋਂ ਆਪਾਂ ਜਾਂਦੇ ਹਾਂ, ਆਟੋਮੈਟਿਕਲੀ ਸਾਡਾ ਜਿਹੜਾ ਅਗਿਆਨ ਭਰਮ ਉਹ ਖਤਮ ਹੋ ਜਾਂਦਾ। ਕੁਝ ਸੰਸਕਾਰ ਛੇਤੀ ਨਸ਼ਟ ਹੋ ਜਾਂਦੇ ਆ ਤੇ ਕੁਝ ਸੰਸਕਾਰ ਜਿਹੜੇ ਹੈਗੇ ਨੇ ਉਹਨਾਂ ਨੂੰ ਨਸ਼ਟ ਹੋਣ ਲਈ ਥੋੜਾ ਟਾਈਮ ਲੱਗਦਾ। ਅੱਜ ਦੀ ਨਿਜਸਾ ਵਿਚਾਰ ਇੱਥੇ ਹੀ ਸਮਾਪਤ। ਹਾਂਜੀ, ਪ੍ਰਭਜੀਤ ਕੁਝ ਕਹਿਣਾ ਚਾਹੁੰਦੇ? ਇਹਨਾਂ ਦਾ ਪੰਜਾ ਆ ਰਿਹਾ ਜੀ। ਤੇ ਤੁਹਾਡੀ ਆਵਾਜ਼ ਨਹੀਂ ਆਈ ਨਿਜਰ ਸਾਹਿਬ। ਮੈਂ ਇਹ ਕਹਿ ਰਿਹਾ ਸੀ ਗੌਰਕੇ ਸਾਹਿਬ ਬਈ ਉਹ ਪ੍ਰਭਜੀਤ ਉਹਨਾਂ ਦਾ ਨਿਸ਼ਾਨ ਆ ਰਿਹਾ ਸੀ। ਮੈਂ ਕਿਹਾ ਸ਼ਾਇਦ ਕੁਝ ਬੋਲਣਾ ਚਾਹੁੰਦੇ। ਤੇ ਦੂਸਰੀ ਚੀਜ਼ ਗੌਰਕੇ ਸਾਹਿਬ ਇੱਕ ਅਰਦਾਸ ਕਰਨੀ ਹੈ। ਅਮਰਜੀਤ ਜਿਹੜੇ ਹੈਗੇ ਨਾ, ਅਮਰਜੀਤ ਉਹਨਾਂ ਦੀ। ਹੈਲੋ ਹੈਲੋ। ਹਾਂ ਨਿਜਰ ਸਾਹਿਬ ਮਾਈਕ ਢਿੱਲਾ ਹੋ ਗਿਆ, ਸੌਰੀ। ਹਾਂਜੀ ਹਾਂਜੀ, ਮੈਂ ਕਹਿ ਰਿਹਾ ਨਿਜਰ ਸਾਹਿਬ। ਹਾਂਜੀ, ਇਹ ਕੁਲਵੰਤ ਜੀ ਤੁਹਾਡਾ ਨਾ ਮਾਈਕ ਬੰਦ ਕਰ ਦਿਓ ਜੀ, ਕੁਲਵੰਤ। ਹਾਂਜੀ ਹਾਂ, ਕੋਈ ਨਹੀਂ। ਅੱਜ ਕਾਫੀ ਅਰਦਾਸਾਂ ਨੇ। ਇੱਕ ਉਹ ਅਮਰਜੀਤ ਸਿੰਘ ਦੀ ਅਰਦਾਸ ਕਰ ਦੇਣਾ ਜੀ ਵੀਰ ਜੀ। ਉਹਨਾਂ ਦੇ ਅਮਰਜੀਤ ਸਿੰਘ ਇੱਕ ਤੇ ਸੁਖੀ ਹੀਰ ਜੀ ਕਹਿੰਦੇ ਬੱਚੀ ਦੇ ਪੇਪਰ ਲਈ ਅਰਦਾਸ। ਇੱਕ ਮਾਤਾ ਦਿੱਲੀ ਵਾਲੀ ਉਹਦੀ ਅਰਦਾਸ। ਇੱਕ ਅਮਰਜੀਤ ਉਹਨਾਂ ਦਾ ਆਪਰੇਸ਼ਨ ਹੈਗਾ ਕੱਲ ਜਿਹੜਾ ਹੈਗਾ ਨਾ ਉਹਨਾਂ ਦਾ, ਸਰੀਰ ਦੀ ਕਸ਼ਟ ਲਈ। ਹਾਂਜੀ ਹਾਂਜੀ ਵੀਰ ਜੀ। ਇੱਕ ਕੁੜੀ ਪਾਸ ਹੋ ਗਈ ਹੈ, ਉਹਦੀ ਅਰਦਾਸ। ਠੀਕ ਹੈ ਜੀ। ਇੱਕ ਓਮਕਾਰ ਸਤਿਨਾਮ। ਵੀਰ ਜੀ ਸੌਰੀ ਵੀਰ ਜੀ, ਮੈਂ ਵੀ ਅਰਦਾਸ ਕਰਾਉਣੀ ਆ। ਮੇਰੇ ਬੱਚੇ ਦਾ ਸੰਗੋਠ ਉਠਾ ਲਓ ਬਾਬਾ ਜੀ, ਵਿਆਹ ਦਾ। ਥੈਂਕ ਯੂ ਜੀ। ਵਿਆਹ ਨਹੀਂ ਹੋ ਰਿਹਾ? ਹਾਂਜੀ, ਬਸ ਬੱਚਾ ਥੋੜਾ ਜਿਹਾ ਮਨ ਦਾ ਕੱਟਦਾ ਜੀ। ਓਕੇ, ਠੀਕ ਹੈ। ਏਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸੁਣ ਕੇ ਮਾਫ ਕਰੋ। ਕਿ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੋ। ਆਈ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਦਿਨ ਰੋਗਤਾ ਬਖਸ਼ਣੀ, ਨਾਮਦਾਨ ਬਖਸ਼ਣਾ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਪਿਤਾ ਕੁਝ ਅਰਦਾਸਾਂ ਆਈਆਂ ਨੇ। ਇੱਕ ਸ਼ੁਕਰਾਨੇ ਦੀ ਅਰਦਾਸ ਹੈ। ਮਾਂ ਆਪਣੇ ਬੱਚੀ ਦੀ ਅਰਦਾਸ ਕਰਾ ਰਹੀ ਹੈ। ਕਹਿੰਦੀ ਹੈ ਕਿ ਉਹ ਬੱਚੀ ਉਹਨਾਂ ਦੀ ਚੰਗੇ ਨੰਬਰ ਲੈ ਕੇ ਪਾਸ ਹੋਈ ਹੈ। ਉਹ ਕਹਿੰਦੇ ਨੇ ਤੁਹਾਡੀ ਕਿਰਪਾ ਹੈ। ਇੱਕ ਅਰਦਾਸ ਹੋ ਰਿਹਾ ਮੇਰੇ ਪਿਤਾ ਜੀ, ਉਹ ਕਹਿੰਦੇ ਨੇ ਬੱਚੀ ਪੇਪਰ ਦੇਣਾ ਚਾਹੁੰਦੀ ਹੈ, ਆਪ ਉਹਨਾਂ ਨੂੰ ਉਤਮ ਬਖਸ਼ੋ, ਬਲ ਬਖਸ਼ੋ ਤਾਂ ਜੋ ਇਹ ਪੇਪਰ ਪਾਸ ਹੋ ਸਕਣ। ਇੱਕ ਅਰਦਾਸ ਹੈ ਮਾਤਾ ਦੀ, ਉਹ ਕਹਿੰਦੀ ਨੇ ਕਿ ਮੇਰੇ ਪਤੀ ਦਾ ਕਾਰੋਬਾਰ ਨਹੀਂ ਚੱਲ ਰਿਹਾ ਤੇ ਜੀਵਨ ਚ ਕਸ਼ਟ ਬਹੁਤ ਹੈ। ਆਪ ਮੇਰ ਕਰੋ ਮੇਰੇ ਪਿਤਾ ਜਾਨੀ ਜਾਣ ਜੋ ਸ਼ੁਭ ਇਛਾਵਾਂ ਇਹਨਾਂ ਦੀਆਂ ਪੂਰੀਆਂ ਕਰੋ। ਇੱਕ ਮੇਰੇ ਪਿਤਾ ਜੀ ਅਰਦਾਸ ਹੈ ਸਰੀਰਕ ਕਸ਼ਟ ਦੀ, ਉਹ ਕਹਿੰਦੇ ਨੇ ਸਰੀਰ ਚ ਕਸ਼ਟ ਬਹੁਤ ਹੈ, ਆਪ ਮੇਰ ਕਰੋ ਇਹਨਾਂ ਨੂੰ ਕਸ਼ਟ ਤੋਂ ਮੁਕਤ ਕਰੋ। ਇੱਕ ਮੇਰੇ ਪਿਤਾ ਹੋਰ ਅਰਦਾਸ ਹੈ, ਮਾਤਾ ਆਪਣੇ ਬੱਚੇ ਦੀ ਅਰਦਾਸ ਕਰਾਉਂਦੀ ਹੈ, ਕਹਿੰਦੀ ਹੈ ਸੰਜੋਗ ਦੀ ਪ੍ਰੋਬਲਮ ਆ ਰਹੀ ਹੈ, ਬੱਚਾ ਜਿੱਦ ਕਰ ਰਿਹਾ ਤੇ ਆਪ ਮੇਰ ਕਰੋ ਜੀ, ਉਹਨੂੰ ਸਮੱਤ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ
ਵਾਹਿ ਵਾਹਿਗੁਰੂ। ਤਾਂ ਸੰਗਤ ਤੂੰ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।